ਧਰਤੀ ਦੇ ਵੱਖ-ਵੱਖ ਖੰਡਾਂ ਤੋਂ ਜੁੜੇ ਹੋਏ ਕੌਮੀ ਆਵਾਜ਼ ਦੇ ਸਭ ਸਤਿਕਾਰਯੋਗ ਦਰਸ਼ਕਾਂ ਨੂੰ ਨਿੱਘੀ ਜੀਵਨ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਬਲੱਡ ਡੋਨੇਸ਼ਨ ਦੇ ਬਾਰੇ। ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ 'ਚ ਬਲੱਡ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਵਾਰ-ਵਾਰ ਸਰਕਾਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਡੋਨਰਸ ਨੇ ਉਹ ਅੱਗੇ ਆਉਣ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਕੋਵਿਡ ਕਾਲ ਦੇ ਦੌਰਾਨ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਪੇਸ਼ੈਂਟ ਭਰਤੀ ਹੋਏ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਅਤੇ ਸਭ ਤੋਂ ਪਹਿਲੀ ਜੋ ਲੋੜ ਹੁੰਦੀ ਸੀ ਉਹ ਹੁੰਦੀ ਸੀ ਮੁੱਢਲੀ ਸਹਾਇਤਾ ਤੋਂ ਬਾਅਦ ਕਿ ਬਲੱਡ ਚਾਹੀਦਾ ਹੁੰਦਾ। ਸੋ ਆਸਟ੍ਰੇਲੀਆ ਦੇ ਜਿਹੜੇ ਬਲੱਡ ਡੋਨੇਸ਼ਨ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਵੀ ਇਸ ਦੀ ਲਗਾਤਾਰ ਅਪੀਲ ਕੀਤੀ ਗਈ। ਪਿਛਲੇ ਦਿਨਾਂ ਦੇ ਵਿੱਚ ਇਸ ਦੇ ਸੰਬੰਧੀ ਕੁਝ ਕੁ ਸੁਖਦ ਸੁਨੇਹੇ ਵੀ ਆਏ ਨੇ, ਪਰ ਹੋਰ ਜਿਹੜੀਆਂ ਇਹਦੇ ਵਿੱਚ ਕੁਝ ਗੱਲਾਂ ਨੇ, ਬਰੀਕ ਗੱਲਾਂ ਨੇ, ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਕੁਝ ਕੁ ਅਸੀਂ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚੋਂ। ਹੁਣ ਤੱਕ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਲਗਾਤਾਰਤਾ ਦੇ ਨਾਲ ਬਲੱਡ ਡੋਨਰਸ ਨੇ ਉਹ ਕਾਫੀ ਕੰਸਰਨ ਉਹਨਾਂ ਬਾਰੇ ਰਹਿੰਦਾ, ਉਹ ਕੌਨਸਟੈਂਟ ਨਹੀਂ ਰਹਿੰਦੇ। ਇਸ ਲਈ ਲਗਾਤਾਰਤਾ ਦੇ ਨਾਲ ਬਲੱਡ ਡੋਨੇਸ਼ਨ ਆਸਟ੍ਰੇਲੀਆ ਦੇ ਵਿੱਚ ਹੋਣੀ ਚਾਹੀਦੀ ਆ। ਅਜੇ ਤੱਕ ਦੇ ਜੋ ਅੰਕੜੇ ਸਾਹਮਣੇ ਆਏ ਨੇ ਕਿ 2% ਆਸਟ੍ਰੇਲੀਆ ਦੀ ਟੋਟਲ ਪਾਪੂਲੇਸ਼ਨ ਦੇ ਵਿੱਚੋਂ ਉਹ ਥੋੜ੍ਹਾ ਵੱਧ ਵੀ ਜਾਂਦਾ, ਕਦੇ 3 ਤੱਕ ਵੀ। ਸੋ ਇੰਨੇ ਕੁ ਲੋਕ ਬਲੱਡ ਡੋਨੇਟ ਕਰਦੇ ਨੇ, ਪਰ ਉਹ ਵੀ ਕੌਨਸਟੈਂਟ ਨਹੀਂ ਰਹਿੰਦੇ। ਸੋ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਕਿ ਉਹ ਲਗਾਤਾਰਤਾ ਦੇ ਨਾਲ ਉਹਨਾਂ ਵੱਲੋਂ ਬਲੱਡ ਡੋਨੇਟ ਕਰਨਾ ਚਾਹੀਦਾ ਗਾ। ਕੁਝ ਕੁ ਹੋਰ ਵੀ ਅਸੀਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ, ਪਰ ਆਓ ਸਭ ਤੋਂ ਪਹਿਲਾਂ ਆਪਾਂ ਜਿਹੜੇ ਅੱਜ ਦੇ ਮਹਿਮਾਨ ਨੇ ਸਾਡੀ ਇਸ ਗੱਲਬਾਤ ਦੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਰਦਾਰ ਹਰਕੀਰਤ ਸਿੰਘ ਜੀ ਅਤੇ ਸਰਦਾਰ ਫਤਿਹ ਸਿੰਘ ਜੀ, ਦਲਵਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਹਰਕੀਰਤ ਸਿੰਘ ਜੀ, ਆਪਾਂ ਤੁਹਾਡੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਆਏ ਸੀ ਉਸ ਵਕਤ ਨਿੱਜੀ ਤੌਰ ਦੇ ਉੱਤੇ ਬਲੱਡ ਡੋਨੇਸ਼ਨ ਕਈ ਆਪਣੇ ਭਾਈਚਾਰੇ ਦੇ ਵਿੱਚ ਕਰਦੇ ਰਹਿੰਦੇ ਸੀ, ਪਰ 2010-9-10 ਦੀ ਗੱਲ ਆ ਜਦੋਂ ਤੁਸੀਂ ਸਿੰਘਾਂ ਦੇ ਨਾਲ ਰਲ ਕੇ ਬਲੱਡ ਡੋਨੇਸ਼ਨ ਦੇ ਕੈਂਪਾਂ ਦੀ ਸ਼ੁਰੂਆਤ ਕਰੀ ਸਿੱਖ ਜੈਨੋਸਾਈਡ ਦੀ ਯਾਦ ਦੇ ਵਿੱਚ। ਸੋ ਉਦੋਂ ਕਿਵੇਂ ਤੁਸੀਂ ਲੋਕਾਂ ਨੂੰ ਕਨਵਿੰਸ ਕਰਾਇਆ ਅਤੇ ਸਿੱਖ ਪਰਸਪੈਕਟਿਵ ਤੋਂ ਕਿਵੇਂ ਸੰਗਤਾਂ ਨੂੰ ਸਮਝਾਇਆ ਅਤੇ ਕਿਵੇਂ ਉਹਨਾਂ ਦੇ ਵਿੱਚ ਉਤਸ਼ਾਹ ਭਰਿਆ, ਉਹਦੇ ਬਾਰੇ ਥੋੜ੍ਹੀ ਜਿਹੀ ਸਾਂਝੀ ਕਰੋ ਗੱਲਬਾਤ। ਜੀ ਸਰਦਾਰ ਗੁਰਤੇਜ ਸਿੰਘ ਜੀ, ਜਿਹੜਾ ਸਿੱਖ ਬਲੱਡ ਡੋਨੇਸ਼ਨ ਡਰਾਈਵ ਹੈ ਜੀ, ਇਹ 2009 ਦੇ ਵਿੱਚ ਸ਼ੁਰੂ ਕੀਤੀ ਸੀ। 1984 ਨਸਲਕੁਸ਼ੀ ਦੀ 25ਵੀਂ ਵਰ੍ਹੇਗੰਢ ਸੀ ਤੇ ਅਸੀਂ ਜਿਹੜਾ ਨਾਅਰਾ ਦਿੱਤਾ ਸੀ ਇਸ ਬਲੱਡ ਡੋਨੇਸ਼ਨ ਡਰਾਈਵ ਦੇ ਨਾਲ, ਉਹ ਸੀਗਾ ਜੀ ਉਸ ਵੇਲੇ ਬਲੱਡ ਫॉर ਬਲੱਡ। ਵੀ ਜਿਹੜਾ ਸਾਡਾ ਡੁੱਲਿਆ ਹੋਇਆ ਖੂਨ ਆ ਉਹਦੀ ਯਾਦ ਦੇ ਵਿੱਚ ਅਸੀਂ ਜਿਹੜਾ ਖੂਨਦਾਨ ਕਰ ਰਹੇ ਹਾਂ ਤੇ ਆਪਣੇ ਜਿਹੜੇ ਸ਼ਹੀਦ ਸਿੰਘ, ਸਾਰੇ ਸਿੰਘਣੀਆਂ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਤੇ ਨਾਲ ਜਿਹੜਾ ਇੱਥੇ ਦਾ ਸਾਡਾ ਭਾਈਚਾਰਾ ਆ, ਕਿਉਂਕਿ ਉਦੋਂ ਵੀ ਇਹੀ ਸੇਮ ਅੰਕੜੇ ਸੀ, ਤਕਰੀਬਨ 3%, 2 ਤੋਂ 3% ਜਿਹੜੇ ਲੋਕ ਸੀ ਉਹ ਰੈੱਡ ਕਰਾਸ ਦੇ ਮੁਤਾਬਿਕ ਡੋਨੇਟ ਕਰਦੇ ਆ, ਤੇ ਤਕਰੀਬਨ 30% ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਖੂਨ ਦੀ ਲੋੜ ਪੈਂਦੀ ਹੈ ਜ਼ਿੰਦਗੀ ਦੇ ਵਿੱਚ। ਉਹ ਜਿਨ੍ਹਾਂ ਦੇ ਵਿੱਚ ਐਕਸੀਡੈਂਟ ਹੋ ਸਕਦਾ, ਜਿਹਦੇ ਵਿੱਚ ਫਾਇਰ ਆ ਜਾਂ ਪ੍ਰੈਗਨੈਂਸੀ ਰਿਲੇਟਡ ਆ, ਜਿਹਨਾਂ ਦੇ ਤੁਹਾਡੇ ਪਰਿਵਾਰ ਦੇ ਵਿੱਚ ਤਕਰੀਬਨ ਕਿਸੇ ਨਾ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੂਨ ਦੀ ਜ਼ਰੂਰ ਜਿਹੜੀ ਲੋੜ ਪੈਂਦੀ ਆ ਜੀ। ਤੇ ਇਸੇ ਕਰਕੇ ਜਿਹੜਾ ਸਾਰੇ ਵੀਰਾਂ ਨੇ ਮਿਲ ਕੇ ਇਹ ਕਹਿ ਲਓ ਵੀ ਇਸ ਮੋਟੋ ਦੇ ਨਾਲ, ਇਸ ਗੋਲ ਦੇ ਨਾਲ, ਤੇ 1984 ਜੈਨੋਸਾਈਡ ਦੀ ਯਾਦ ਦੇ ਵਿੱਚ ਜਿਹੜਾ ਬਲੱਡ ਡੋਨੇਸ਼ਨ ਡਰਾਈਵ ਸ਼ੁਰੂ ਕੀਤਾ ਜੀ ਉਸ ਵੇਲੇ। ਤੇ ਇਹ ਪਹਿਲਾ ਡਰਾਈਵ ਸੀ ਜਿਹੜਾ ਉਸ ਵੇਲੇ ਜਦੋਂ ਇੱਕ ਸਿੱਖ ਐਂਗਲ ਤੋਂ ਜਿਹੜੀ ਡੋਨੇਸ਼ਨ ਸ਼ੁਰੂ ਹੋਈਆਂ, ਤੇ ਤਕਰੀਬਨ ਕਾਫੀ ਔਖਾ ਸੀ ਜੀ ਉਸ ਵੇਲੇ, ਕਿਉਂਕਿ ਤਕਰੀਬਨ ਜੀ ਕੀ ਹੁੰਦਾ ਵੀ ਆਪਣੇ ਪਰਿਵਾਰਾਂ ਦੇ ਵਿੱਚ, ਖਾਸ ਕਰ ਮਾਤਾਵਾਂ ਵੱਲੋਂ ਪੰਜਾਬ ਦੇ ਵਿੱਚ ਇਹ ਥੋੜ੍ਹੀ ਜਿਹੀ ਮਨ ਦੇ ਵਿੱਚ ਡਰ ਜਿਹਾ ਪਾਇਆ ਜਾਂਦਾ ਬੱਚਿਆਂ ਦੇ ਵੀ ਤੁਸੀਂ ਖੂਨਦਾਨ ਨਹੀਂ ਕਰਨਾ। ਇਹ ਬੜੀ ਗੱਲ ਜਿਹੜੀ ਵੱਡੀ ਉਸ ਵੇਲੇ ਦੇਖਣ ਦੇ ਵਿੱਚ ਆਉਂਦੀ ਸੀ, ਜਦੋਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਂ ਹੋਰ ਪਬਲਿਕ ਪਲੇਸਿਸ ਦੇ ਵਿੱਚ ਜਦੋਂ ਖੜਦੇ ਸੀ ਟੇਬਲ ਲਾ ਕੇ ਤੇ ਤਕਰੀਬਨ ਰਜਿਸਟ੍ਰੇਸ਼ਨ ਚੱਲਦੀ ਸੀ, ਤੇ ਇਹ ਬੜਾ ਵੱਡਾ ਸਵਾਲ ਹੁੰਦਾ ਸੀ ਵੀ ਕੋਈ ਸਾਨੂੰ ਕੋਈ ਕਮਜ਼ੋਰੀ ਜਾਂ ਇਸ ਤਰ੍ਹਾਂ ਦਾ ਕੋਈ ਨੁਕਸਾਨ ਜਾਂ ਫਿਊਚਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਹੋਊਗਾ ਜਿਹਦੇ ਨਾਲ ਕੋਈ ਸਿਹਤ ਦੇ ਉੱਤੇ ਮਾੜਾ ਪ੍ਰਭਾਵ ਪਊਗਾ। ਪਹਿਲੀ ਗੱਲ ਤਾਂ ਇਹ ਚੈਲੰਜ ਸੀਗਾ ਵੀ ਚਲੋ ਐਜੂਕੇਸ਼ਨ ਲੈਵਲ ਦਾ ਜਿਹੜਾ ਸੀਗਾ ਮੁਹਿੰਮ ਉਹ ਵੀ ਨਾਲ ਜਾਰੀ ਸੀ, ਤੇ ਨਾਲ ਫਿਰ ਗੁਰਦੁਆਰਾ ਸਾਹਿਬਾਨਾਂ ਦੀਆਂ ਸਟੇਜਾਂ ਤੋਂ
ਤਕਰੀਬਨ ਮੈਲਬਨ ਦੇ ਇਲਾਕੇ ਦੇ ਵਿੱਚ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਤਕਰੀਬਨ, ਕਿਉਂਕਿ ਇਹ ਨੈਸ਼ਨਲ ਡਰਾਈਵ ਬਣੀ ਸੀ ਉਸ ਵੇਲੇ 2009-10 ਦੇ ਵਿੱਚ, ਤਕਰੀਬਨ ਅਸੀਂ ਸਾਰੇ ਹੀ ਜਿੰਨੇ ਸ਼ਹਿਰ ਸੀ ਉਹਨਾਂ ਦੇ ਵਿੱਚ ਜਿੰਨੇ ਸਾਡੇ ਵੀਰ ਕਹਿ ਲਓ ਵੀ ਇਨ ਟੱਚ ਸੀਗੇ, ਜਿਹੜੇ ਸਿੱਖੀ ਸੋਚ ਰੱਖਣ ਵਾਲੇ ਸੀ, ਉਹਨਾਂ ਦੇ ਨਾਲ ਰਾਬਤਾ ਬਣਾ ਕੇ ਤੇ ਇਹਨੂੰ ਜਿਹੜਾ ਸੀ ਨੈਸ਼ਨਲ ਲੈਵਲ ਤੇ ਜਿਹੜੇ ਡੋਨੇਸ਼ਨ ਡਰਾਈਵ ਨੂੰ ਚਲਾਇਆ ਸੀ, ਤੇ ਉਹਦਾ ਕਾਫੀ ਜਿਹੜਾ ਇਹ ਸਕਸੈਸਫੁਲ ਡਰਾਈਵ ਰਹੀ ਸੀ। ਤੇ ਇਹੀ ਵੱਡਾ ਚੈਲੰਜ ਸੀਗਾ ਜੀ। ਇੱਕ ਤੇ ਜਿਹੜੇ ਇਸ ਤਰ੍ਹਾਂ ਦੇ ਸਵਾਲ ਸੀਗੇ ਜਿਨ੍ਹਾਂ ਨੂੰ ਆਪਾਂ ਟੈਬੂ, ਆਪਾਂ ਇੰਗਲਿਸ਼ ਦੇ ਵਿੱਚ ਕਈ ਵਾਰੀ ਕਹਿ ਦਿੰਦੇ ਹਾਂ ਵੀ ਮਨ ਦੇ ਵਿੱਚ ਇੱਕ ਡਰ ਜਿਹਾ ਹੁੰਦਾ, ਇੱਕ ਕਮਿਊਨਿਟੀ ਦੇ ਵਿੱਚ ਕਈ ਵਾਰੀ ਬਣਿਆ ਹੁੰਦਾ, ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਾਂ ਜਿਹੜਾ ਖਿੱਤਾ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਡੋਨੇਸ਼ਨ ਨਹੀਂ ਹੁੰਦੀ। ਕਈ ਵੀਰ ਭੈਣਾਂ ਕਾਫੀ ਕਰਦੇ ਆ ਰੈਗੂਲਰਲੀ, ਬਟ ਬਹੁਤ ਜ਼ਿਆਦਾ ਜਿਹੜੀ ਪਿੰਡ ਲੈਵਲ ਤੇ ਆ, ਜਿਹੜੇ ਆਪਾਂ ਪਿੰਡਾਂ ਤੋਂ ਆਏ ਆ, ਅਸੀਂ ਉੱਥੇ ਕਈ ਵਾਰੀ ਨਹੀਂ ਡੋਨੇਟ ਕੀਤਾ ਹੁੰਦਾ, ਤੇ ਮੈਂ ਵੀ ਕਦੀ ਉੱਥੇ ਡੋਨੇਟ ਨਹੀਂ ਸੀ ਕੀਤਾ। ਤੇ ਇਹ ਵੀ ਇੱਕ ਕਹਿ ਲਓ ਵੀ ਚੈਲੰਜ ਸੀ ਉਸ ਪੱਖੋਂ। ਤੇ ਪਲੱਸ ਚਲੋ ਕਨਵਿੰਸ ਕਰਨਾ, ਕਿਉਂਕਿ ਇੱਕ ਬੜੀ ਵੱਡੀ ਮੁਹਿੰਮ ਸੀ, ਅਸੀਂ ਚਾਹੁੰਦੇ ਸੀ ਵੀ ਅਵੇਅਰਨੈਸ ਪੈਦਾ ਹੋਵੇ। ਜਿਹੜਾ ਸਾਡਾ 84 ਦੀ ਜਿਹੜੀ ਗੱਲ ਆ ਕਈ ਵਾਰੀ ਲੁਕੀ ਰਹਿ ਜਾਂਦੀ ਆ, ਜੂਨ ਦੀ ਲਾ ਲਓ ਜਾਂ ਨਵੰਬਰ ਦੀ ਲਾ ਲਓ, ਤੇ ਉਹਨੂੰ ਨਾਲ ਰਿਲੇਟ ਕਰਕੇ ਬੜਾ ਇੰਪੋਰਟੈਂਟ ਸੀ ਕਿ ਅਸੀਂ ਆਪਣੀ ਜਿਹੜਾ ਗੁਰੂ ਸਾਹਿਬ ਵੱਲੋਂ ਦਿੱਤਾ ਹੋਇਆ ਸੁਨੇਹਾ ਆ ਸਾਰਿਆਂ ਦੀ ਬਰਾਬਰੀ ਦਾ ਤੇ ਸਾਰਿਆਂ ਦੀ ਭਲਾਈ ਦਾ, ਸਰਬੱਤ ਦੇ ਭਲੇ ਦਾ ਜਿਹੜਾ ਸੁਨੇਹਾ ਆ, ਉਹਨੂੰ ਅਸੀਂ ਅੱਗੇ ਲੈ ਕੇ ਜਾਈਏ। ਤੇ ਬਲੱਡ ਡੋਨੇਸ਼ਨ ਰਾਹੀਂ ਜਿਹੜਾ ਇਹ ਕਾਫੀ ਜਿਹੜਾ ਜੀ ਉਦੋਂ ਤੁਸੀਂ ਦੇਖਿਆ ਹੋਣਾ ਵੀ ਕਾਫੀ ਅਖਬਾਰਾਂ ਦੇ ਵਿੱਚ ਏਜ ਵਗੈਰਾ ਦੇ ਵਿੱਚ ਵੀ ਇਹ ਜਿਹੜੀ ਡਰਾਈਵ ਸੀ। ਜੀ ਹੁਣ ਵਧਦੇ ਦਲਵਿੰਦਰ ਸਿੰਘ, ਤੁਸੀਂ ਬਲੱਡ ਡੋਨੇਸ਼ਨ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਹੀ ਆ ਕੇ ਜੁੜੇ, ਭਾਵ ਕਿ ਐਜ ਦਾਨੀ, ਹੁਣ ਤਾਂ ਆਪਾਂ ਜੁੜ ਹੀ ਰਹੇ ਨੇ ਕਿਸੇ ਨਾ ਕਿਸੇ ਪੱਖ ਤੋਂ। ਸੋ ਤੁਹਾਡਾ ਸਫ਼ਰ ਕਿਵੇਂ ਸ਼ੁਰੂ ਹੁੰਦਾ ਗਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਖਾਲਸਾ ਏਡ ਦੇ ਵੱਲੋਂ ਜੋ ਤੁਸੀਂ ਉਤਸ਼ਾਹਿਤ ਕਰਦੇ ਹੋ ਸੰਗਤਾਂ ਨੂੰ, ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਜੀ ਬਿਲਕੁਲ ਜੀ, ਜਿੱਦਾਂ ਹਰਜੀਤ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਉਨੀ ਇਸ ਤਰੀਕੇ ਨਾਲ ਅਵੇਅਰਨੈਸ ਨਹੀਂ ਹੁੰਦੀ ਹੈਗੀ, ਤੇ ਜਦੋਂ ਇੱਥੇ ਆਸਟ੍ਰੇਲੀਆ 'ਚ ਆਏ ਤਾਂ ਉਦੋਂ ਹੀ ਲੱਗਿਆ ਕਿ ਹਾਂ ਆਪਾਂ ਵੀ ਇਸ ਕਮਿਊਨਿਟੀ ਦਾ ਹਿੱਸਾ ਹੈਗੇ ਹਾਂ ਤੇ ਆਪਾਂ ਨੂੰ ਲੋੜ ਹੈਗੀ ਆ। ਜਿਵੇਂ ਜਦੋਂ ਬਲੱਡ ਡੋਨੇਸ਼ਨ ਡਰਾਈਵ ਚੱਲੀ ਸੀ ਜੂਨ 1984 ਜਾਂ ਨਵੰਬਰ 1984 ਦੇ ਰਿਗਾਰਡਿੰਗ, ਤੇ ਉਦੋਂ ਹੀ ਫਿਰ ਦੇਖਿਆ ਵੀ ਹਾਂ ਆਪਾਂ ਵੀ ਇਸ ਦਾ ਹਿੱਸਾ ਬਣ ਸਕਦੇ ਹਾਂ। ਫਿਰ ਪਹਿਲਾਂ ਕੁਛ ਮਨ 'ਚ ਹੈਗੇ ਸੀ ਵੀ ਹਾਂ ਕੌਣ ਕਰ ਸਕਦਾ, ਕਿਵੇਂ ਕਰ ਸਕਦਾ, ਪਹਿਲਾਂ ਉਹ ਆਪਣੇ ਸ਼ੰਕੇ ਦੂਰ ਕਰੇ, ਫਿਰ ਹੌਲੀ ਹੌਲੀ ਹਿੱਸਾ ਬਣਿਆ। ਪਰ ਇਹ ਆ ਵੀ ਪੰਜਾਬ 'ਚ ਇਹਦੇ ਬਾਰੇ ਹਾਲੇ ਇੰਨਾ ਗਿਆਨ ਹੈ ਨਹੀਂ ਸੀ, ਤੇ ਹੁਣ ਜਿਵੇਂ ਆਪਾਂ ਰੈਗੂਲਰ ਬੇਸਿਸ ਤੇ ਕਰਦੇ ਰਹਿੰਦੇ ਹਾਂ, ਤੇ ਹੁਣ ਦੇਖ ਸਕਦੇ ਹਾਂ ਕਿ ਇੰਨਾ ਕੁਛ ਖਾਸ ਵੱਡੀ ਗੱਲ ਹੈ ਨਹੀਂ, ਸਗੋਂ ਕਾਫੀ ਚੰਗੀ ਚੀਜ਼ ਹੈ ਤੇ ਕਾਫੀ ਆਪਣੀ ਸਿਹਤ ਦੇ ਪੱਖੋਂ ਵੀ ਕਹਿ ਸਕਦੇ ਹਾਂ ਕਾਫੀ ਫਾਇਦੇ ਨੇ ਜਿਹੜੇ ਡੋਨੇਟ ਕਰਦੇ ਨੇ। ਹਾਂਜੀ ਬਿਲਕੁਲ ਜੀ। ਸੋ ਅੱਗੇ ਹਰਕੀਤ ਸਿੰਘ ਜੀ, ਆਪਾਂ ਸਵਾਲ ਵੱਲ ਵੱਧਦੇ ਹਾਂ ਕਿ ਆਪਣੇ ਕਈ ਵਾਰ ਜਦੋਂ ਬਲੱਡ ਡੋਨੇਸ਼ਨ ਕਰਨ ਜਾਂਦੇ ਕਈ ਸਵਾਲ ਹੁੰਦੇ ਆ ਜੀ, ਆਪਣੇ ਖਾਸ ਕਰ ਭਾਈਚਾਰੇ ਦੇ ਵਿੱਚੋਂ, ਜਿਨ੍ਹਾਂ ਦੀ ਤੁਸੀਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਵੀ ਆ। ਇੱਕ ਵੱਡਾ ਸਵਾਲ ਹੁੰਦਾ ਕਿ ਜੀ ਸਾਨੂੰ ਤਾਂ ਉੱਥੋਂ ਕਈ ਵਾਰੀ ਕਹਿੰਦੇ ਵੀ ਸਾਨੂੰ ਰਿਜੈਕਟ ਕਰਤਾ, ਜਿਨ੍ਹਾਂ ਦੇ ਵਿੱਚ ਇੱਕ ਮੈਂ ਵੀ ਸੀ ਕਿ ਰਿਜੈਕਟ ਕਰਤਾ, ਸਾਨੂੰ ਸੀਗਾ ਸਾਡਾ ਬਲੱਡ ਲਿਆ ਹੀ ਨਹੀਂ ਜਾਊਗਾ। ਉਹ ਬੰਦਾ ਬੜੇ ਉਤਸ਼ਾਹ ਨਾਲ ਜਾਂਦਾ, ਕਿਤੇ ਕੈਂਪ ਲੱਗਦਾ ਇੱਥੇ ਜਾਂ ਕਿਤੇ ਕੋਈ ਸੋਸ਼ਲ ਔਰਗੇਨਾਈਜੇਸ਼ਨ ਕੋਈ ਕੈਂਪ ਲਾਉਂਦੀ ਕਿ ਅਸੀਂ ਚੱਲ ਗਏ ਜੀ, ਪਰ ਉੱਥੇ ਕਹਿ ਦਿੰਦੇ ਆ ਕਿ ਹੋ ਸਕਦਾ ਜਿਹੜੀ ਕੰਟਰੀ ਤੋਂ ਤੁਸੀਂ ਆਏ ਹੋ ਇਹ ਤੁਹਾਡੇ ਬਲੱਡ ਦੇ ਵਿੱਚ ਬਾਅਦ 'ਚ ਮਲੇਰੀਆ ਨਾ ਆ ਜੇ, ਅਤੇ ਇਸ ਲਈ ਤੁਹਾਡਾ ਬਲੱਡ ਨਹੀਂ ਲੈ ਸਕਦੇ। ਉਹ ਜਿਹੜੀ ਲੈਟਰ ਆ ਬੜੀ ਕਈ ਨੂੰ ਡਰਾ ਦਿੰਦੀ ਆ। ਉਹਦੇ ਬਾਰੇ ਜਿਹੜਾ ਇੱਕ ਹਨੇਰਾ ਜਿਹਾ ਬਣਿਆ ਹੋਇਆ, ਉਹ ਹਜੇ ਵੀ ਬਣਿਆ ਹੋ ਕਈਆਂ ਦਾ, ਉਹ ਤੁਸੀਂ ਕਲੀਅਰ ਕਰੋ ਕਿ ਉਹਦੇ ਵਿੱਚੋਂ ਬਾਅਦ 'ਚ ਜਿਹੜੇ ਪਲਾਜ਼ਮਾ ਡੋਨਰ ਬਣ ਜਾਂਦੇ ਆ, ਜਿਹੜੇ ਕਨਵਿੰਸ ਹੋ ਜਾਂਦੇ ਆ, ਉਹ ਪਲਾਜ਼ਮਾ ਬਾਰੇ ਵੀ ਥੋੜ੍ਹਾ ਜਿਹਾ ਕਲੀਅਰ ਕਰੋ, ਅਤੇ ਉਹ ਡਰ ਨੂੰ ਕਿਵੇਂ ਕੱਢਦੇ ਰਹੇ ਤੁਸੀਂ। ਜੀ ਬਿਲਕੁਲ ਗੁਰਤੇਜ ਸਿੰਘ ਜੀ, ਜਿਹੜਾ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਕਰੀਬਨ 11 ਸਾਲ ਹੋ ਗਏ, ਤੇ ਉਦੋਂ ਜਿਹੜਾ ਸਿਸਟਮ ਸੀ ਉਹ ਥੋੜਾ ਵੱਖਰਾ ਸੀ ਜੀ। ਉਸ ਵੇਲੇ ਕੀ ਸੀ ਬਈ ਜਿਹੜੀਆਂ ਮਸ਼ੀਨਾਂ ਸੀ ਜਾਂ ਇਹਨਾਂ ਦੀ ਟੈਕਨੋਲੋਜੀ ਸੀ, ਜਿਹੜਾ ਚਲੋ ਸਾਇੰਟਿਸਟਾਂ ਨੂੰ ਇਹਦਾ ਜ਼ਿਆਦਾ ਪਤਾ ਹੋਊਗਾ, ਪਰ ਉਸ ਵੇਲੇ ਮਲੇਰੀਆ ਦਾ ਜੇ ਤੁਸੀਂ, ਕਿਉਂਕਿ ਪਹਿਲੀ ਵਾਰ ਤੁਸੀਂ ਜਦੋਂ ਵੀ ਐਨਰੋਲ ਹੁੰਦੇ ਆ ਉਦੋਂ ਪਹਿਲੀ ਵਾਰ ਬਲੱਡ ਡੋਨੇਸ਼ਨ ਕਰਨਾ ਹੁੰਦਾ ਜੀ, ਤੁਸੀਂ ਬਲੱਡ ਡੋਨੇਟ ਕਰਨਾ ਹੁੰਦਾ, ਤੇ ਸਭ ਤੋਂ ਪਹਿਲੀ ਜਿਹੜੀ ਡੋਨੇਸ਼ਨ ਤੁਹਾਡੀ ਹੁੰਦੀ ਆ ਵੀ ਉਹ ਬਲੱਡ ਦੇ ਨਾਲ ਸ਼ੁਰੂ ਹੁੰਦੀ ਆ। ਤੇ ਕੀ ਹੁੰਦਾ ਵੀ ਜੇਕਰ ਤੁਹਾਡੇ ਬਲੱਡ ਦੇ ਵਿੱਚ ਮਲੇਰੀਆ ਦੇ ਜਿਹੜੀ ਐਂਟੀਬਾਡੀਜ਼ ਆ ਜਾਣ, ਜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਲੇਰੀਆ ਹੋਇਆ ਸੀ, ਜਿਹੜਾ ਕਿ ਖਾਸ ਜ਼ਿਆਦਾਤਰ ਜੇ ਤੁਸੀਂ ਸਬ ਕੰਟੀਨੈਂਟ ਤੋਂ ਆਉਂਦੇ ਆ, ਕਹਿ ਲਓ ਸਾਊਥ ਏਸ਼ੀਆ ਦੇ ਖਿੱਤੇ ਤੋਂ ਆਉਂਦੇ ਆ, ਤੇ ਉੱਥੇ ਜ਼ਿਆਦਾਤਰ ਮੱਛਰਾਂ ਕਰਕੇ, ਗਰਮੀ ਦੇ ਦਿਨਾਂ ਦੇ ਵਿੱਚ ਟ੍ਰੋਪੀਕਲ ਵੈਦਰ ਕਰਕੇ ਤਕਰੀਬਨ ਜ਼ਿਆਦਾਤਰ 90% ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਲੇਰੀਆ ਹੋਇਆ ਹੀ ਹੁੰਦਾ। ਹਾਂਜੀ, ਉਹਦੇ ਕਰਕੇ ਕਾਫੀ ਉਸ ਵੇਲੇ ਇਸ਼ੂ ਸੀ ਕਾਫੀ, ਕਿ ਜੇ ਤੁਸੀਂ ਇੱਕ ਵਾਰੀ ਬਲੱਡ ਦੇ ਦਿੱਤਾ ਤੇ ਤੁਹਾਡੇ ਬਲੱਡ ਦੇ ਵਿੱਚ ਮਲੇਰੀਆ ਦੀਆਂ ਐਂਟੀਬਾਡੀਜ਼ ਆ ਗਈਆਂ,
ਤੇ ਤੁਸੀਂ ਫਿਰ ਦੁਬਾਰਾ ਬਲੱਡ ਨਹੀਂ ਦੇ ਸਕਦੇ, ਸਿਰਫ ਪਲਾਜ਼ਮਾ ਦੇ ਸਕਦੇ ਆ। ਤੇ ਉਹ ਫਿਰ ਪਲਾਜ਼ਮੇ ਨਾਲ ਦੇ ਉੱਤੇ ਵੀ ਕਈ ਵਾਰੀ ਜਿਹੜੇ ਆ ਲੈਟਰਸ ਆਉਂਦੀਆਂ ਰਹੀਆਂ ਵੀ ਹਾਂ ਵੀ ਜਿਹੜੀ ਐਲੀਜੀਬਿਲਿਟੀ ਡਿਫਰੈਂਟ ਕ੍ਰਾਈਟੇਰੀਆ ਉਹਦਾ ਜਿਹੜਾ ਸੀਗਾ। ਪਰ ਹੁਣ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੱਲ ਹੋ ਗਈਆਂ। ਮੈਂ ਤਕਰੀਬਨ ਉਦੋਂ ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਵਾਰ ਡੋਨੇਟ ਕਰ ਚੁੱਕਾ ਜੀ, ਤੇ ਜ਼ਿਆਦਾਤਰ ਮੈਂ ਪਲਾਜ਼ਮਾ ਹੀ ਡੋਨੇਟ ਕਰਦਾ, ਸਿਰਫ 2 ਵਾਰੀ ਬਲੱਡ ਪਿਛਲੇ 10 ਸਾਲਾਂ ਦੇ ਵਿੱਚ। ਹਾਂਜੀ ਜੀ, ਤੇ ਵਿੱਚ ਥੋੜੇ 2 ਸਾਲ ਥੋੜਾ ਨਹੀਂ ਸੀ ਕਰ ਪਾਇਆ, ਬਟ ਹੁਣ ਮੈਂ ਤਕਰੀਬਨ ਲਗਾਤਾਰ ਹਰੇਕ 2 ਹਫ਼ਤੇ ਬਾਅਦ ਟਰਾਈ ਕਰਦਾ ਜੀ ਕਿ ਡੋਨੇਟ ਹੋਵੇ, ਜਾਂ ਹਰੇਕ ਮਹੀਨੇ ਇੱਕ ਵਾਰ ਡੋਨੇਟ ਹੋਵੇ ਜ਼ਰੂਰ। ਤੇ ਉਹਨਾਂ ਨੇ ਫਿਰ ਮੈਂ ਉਹਨਾਂ ਨੂੰ ਦੁਬਾਰਾ ਪੁੱਛਿਆ ਸੀ ਇਸ ਬਾਰੇ ਤਕਰੀਬਨ ਪਿਛਲੇ ਮਹੀਨੇ, ਤੇ ਉਹ ਕਹਿੰਦੇ ਵੀ ਜੇਕਰ ਤੁਹਾਡੀ ਉਸ ਵੇਲੇ ਮਲੇਰੀਆ ਦੀ ਐਂਟੀਬਾਡੀਜ਼ ਆਈਆਂ ਸੀ, ਪਰ ਹੁਣ ਟੈਕਨੋਲੋਜੀ ਇਦਾਂ ਦੀ ਆ ਗਈ ਵੀ ਤੁਸੀਂ ਹੁਣ ਬਲੱਡ ਡੋਨੇਟ ਕਰ ਸਕਦੇ ਆ, ਤੇ ਮੈਂ ਫਿਰ ਚਲੋ ਬਲੱਡ ਵੀ ਪਿੱਛੇ ਜਿਹਾ ਦੁਬਾਰਾ ਦਿੱਤਾ। ਤੇ ਪਰ ਇਹ ਹੁਣ ਜਿਹੜੀਆਂ ਗੱਲ ਹੈ ਕਿ ਅਸੀਂ ਹੁਣ ਬਲੱਡ ਡੋਨੇਸ਼ਨ ਖੂਨਦਾਨੀਆਂ ਦੇ ਵਿੱਚ ਆ ਸਕਦੇ ਹਾਂ, ਆਉਂਦੇ ਪਹਿਲਾਂ ਵੀ ਸੀ ਪਰ ਹੁਣ ਥੋੜਾ ਜਿਹਾ ਟੈਕਨੀਕਲੀ ਆ ਸਕਦੇ ਆ। ਹਾਂਜੀ ਜੀ ਬਿਲਕੁਲ। ਤੇ ਇਹਦੇ ਵਿੱਚ ਜਿਹੜੀ ਡੋਨੇਸ਼ਨ ਹੈ ਜੀ, ਉਹਦੇ ਵਿੱਚ ਕਿਉਂਕਿ ਜਿਹੜੀ ਬਲੱਡ ਡੋਨੇਸ਼ਨ ਆ ਉਹ ਤਕਰੀਬਨ 300 ਤੋਂ 350 ml ਜਿਹੜਾ ਬਲੱਡ ਇੱਕ ਵਾਰੀ ਤੁਹਾਡਾ ਲੈਂਦੇ ਆ, ਤੇ ਉਹ ਇੱਕ ਜਿਹੜਾ ਬਲੱਡ ਡੋਨੇਸ਼ਨ ਆ ਉਹ 3 ਜਗ੍ਹਾ ਯੂਜ਼ ਹੋ ਸਕਦਾ ਜੀ। ਜਿਹੜੀ ਬਲੱਡ ਡੋਨੇਸ਼ਨ ਆ ਉਹਨੂੰ ਕਈ ਵਾਰੀ ਤੇ ਉਹਨੂੰ ਬ੍ਰੇਕ ਡਾਊਨ ਕਰਦੇ ਆ ਕਿ ਉਹਨੂੰ ਪਲਾਜ਼ਮਾ ਤੇ ਪਲੇਟਲੈਟਸ ਉਹ ਚੋਂ ਵੱਖਰੇ ਕਰ ਲੈਂਦੇ, ਜਿਹੜਾ ਤੁਸੀਂ 350 ml ਬਲੱਡ ਦਿੱਤਾ ਹੁੰਦਾ। ਤੇ ਜਿਹੜਾ ਪਲਾਜ਼ਮਾ ਆ ਜੀ ਉਹ ਤੁਹਾਡੀ ਹਾਈਟ ਤੇ weight ਦੇ ਹਿਸਾਬ ਦੇ ਨਾਲ ਤਕਰੀਬਨ 800 ml ਦਾ ਜਿਹੜਾ ਪਲਾਜ਼ਮਾ ਉਹ ਲਿਆ ਜਾਂਦਾ ਜੀ। ਤੇ ਪਲਾਜ਼ਮਾ ਨੂੰ ਤਕਰੀਬਨ ਕਈਆਂ ਦਾ 45 ਮਿੰਟ ਲੱਗਦੇ ਆ ਜੀ, ਕਈ ਵਾਰੀ 1 ਘੰਟਾ ਵੀ ਲੱਗ ਜਾਂਦਾ। ਤੇ ਐਵਰੇਜ ਜਿਹੜੀ 1 ਘੰਟੇ ਦੀ ਡੋਨੇਸ਼ਨ ਦਾ ਹੈਗਾ ਕਿ ਜੇ ਤੁਸੀਂ ਪਲਾਜ਼ਮਾ ਡੋਨੇਟ ਕਰ ਰਹੇ ਹੋ, ਤੇ ਉਹ ਕਈ ਵਾਰੀ ਸਾਡੇ ਜਿਹੜੇ ਵੀਰ ਭੈਣਾਂ ਆ ਇੰਨਾ ਦੇਰ ਮਸ਼ੀਨ ਤੇ ਸੂਈ ਦੇ ਨਾਲ ਬਹਿਣਾ ਪੈਂਦਾ, ਤੇ ਉਹਦੇ ਕਰਕੇ ਉਹਨਾਂ ਨੂੰ ਲੱਗਦਾ ਵੀ ਨਹੀਂ ਅਸੀਂ ਪਲਾਜ਼ਮਾ ਨਹੀਂ ਦੇਣਾ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਪਲਾਜ਼ਮਾ ਜਿਹੜਾ ਹੈ ਉਹ ਜ਼ਿਆਦਾ ਜਗ੍ਹਾ ਯੂਜ਼ ਹੁੰਦਾ ਹੈ, ਤਕਰੀਬਨ 18 ਜਗ੍ਹਾ ਇੱਕ ਤੁਹਾਡੀ ਡੋਨੇਸ਼ਨ ਯੂਜ਼ ਹੋ ਸਕਦੀ ਹੈ। ਤੇ ਜਾਣੀ ਕਿ ਜੇ 18 ਡਿਫਰੈਂਟ ਪੀਪਲ ਨੂੰ ਉਹ ਜਾਂਦਾ, ਮਤਲਬ 18 ਜਾਨਾਂ ਤੁਸੀਂ ਬਚਾ ਸਕਦੇ ਆ। ਇਵਨ ਕਿ ਕੋਵਿਡ ਦੇ ਦੌਰਾਨ ਵੀ ਜਿਹੜੀ ਚੀਜ਼ ਨਿਕਲ ਕੇ ਆਈ, ਇੱਥੇ ਮੈਂ ਇੱਕ ਇਹਦੇ ਵਿੱਚ ਹੀ ਪੁਆਇੰਟ ਕਰਦਾ, ਉਹਨਾਂ ਨੇ ਕਿਹਾ ਕਿ ਬਲੱਡ ਸਪਲਾਈ ਨੇ ਜਿਹੜੀਆਂ ਉਹ ਠੀਕ ਨੇ, ਪਰ ਜਿਹੜਾ ਪਲਾਜ਼ਮਾ ਦੀ ਕਿਉਂਕਿ ਪਲਾਜ਼ਮਾ ਰਿਲੇਟਡ ਕਾਫੀ ਪ੍ਰੋਡਕਟ ਆ, ਉਹ ਭਾਵ ਕਿ ਉਹਦੀ ਵਰਾਇਟੀਜ਼ ਨੇ ਪਲਾਜ਼ਮਾ ਦੀ, ਇਸ ਲਈ ਕਹਿੰਦੇ ਉਹ ਚਾਹੀਦਾ ਲਗਾਤਾਰਤਾ ਦੇ ਨਾਲ ਉਹ ਕਰਦੇ ਰਹਿਣਾ ਚਾਹੀਦਾ। ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੇ ਕਨਸਟੈਂਟ ਡੋਨਰਸ ਨੇ ਉਹ ਕੰਸਰਨ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ। ਹਾਂਜੀ ਤੁਸੀਂ ਗੱਲ ਜਾਰੀ ਰੱਖੋ। ਹਾਂਜੀ ਜੀ ਬਿਲਕੁਲ। ਜਿਹੜਾ ਪਲਾਜ਼ਮਾ ਹੈ ਜੀ, ਇੱਕ ਤੇ ਤੁਸੀਂ 15 ਦਿਨਾਂ ਬਾਅਦ ਡੋਨੇਟ ਕਰ ਸਕਦੇ ਆ। ਬਲੱਡ ਡੋਨੇਸ਼ਨ ਆ ਜਿਹੜੀ ਉਹ 3 ਮਹੀਨੇ ਬਾਅਦ ਹੋ ਸਕਦੀ ਹੈ। ਜਿਹੜਾ ਪਲਾਜ਼ਮਾ ਹੈ ਜੀ, ਮੈਂ ਤੁਹਾਨੂੰ ਕੁਇਕਲੀ ਜਿਹਾ ਦੱਸ ਦਵਾਂ ਕਿ ਜੇਕਰ ਕਹਿ ਲਓ ਵੀ 1 ਗਲਾਸ ਭਰਿਆ ਹੋਵੇ ਬਲੱਡ ਦਾ, ਖੂਨ ਦਾ, ਜਿਹੜਾ ਗਲਾਸ ਪਹਿਲਾਂ ਐਕਚੁਅਲੀ ਪਾਣੀ ਤੋਂ ਜੇ ਸ਼ੁਰੂ ਕਰੀਏ, ਤੇ ਪਾਣੀ ਦੇ ਵਿੱਚ ਅਸੀਂ 2 ਚਮਚੇ ਕਹਿ ਲਓ ਵੀ ਲਾਲ ਸੈੱਲਾਂ ਦੇ ਪਾ ਦਈਏ, ਤੇ ਉਹ ਬਲੱਡ ਦਾ ਰੰਗ ਲਾਲ ਬਣ ਗਿਆ। ਐਕਚੁਅਲੀ ਜਿਹੜਾ ਪਾਣੀ ਸੀ ਉਹਦੇ ਵਿੱਚ ਜਦੋਂ ਆਪਾਂ ਪਾਣੀ ਦੇ ਵਿੱਚ ਰੈੱਡ ਬਲੱਡ ਸੈਲਸ ਪਾਏ ਤੇ ਉਹ ਰੈੱਡ ਕਲਰ ਦਾ ਹੋ ਗਿਆ, ਯਾਨੀ ਕਿ ਜਿਹੜਾ ਖੂਨ ਦਾ ਰੰਗ ਲਾਲ ਹੈ ਉਹ ਰੈੱਡ ਬਲੱਡ ਸੈਲਸ ਕਰਕੇ ਆ। ਤੇ ਪਲੱਸ ਉਹਦੇ ਵਿੱਚ 1 ਚਮਚਾ ਪਲੇਟਲੈਟਸ ਦਾ ਪਾ ਦਿਓ, ਤੇ ਬਾਕੀ ਜਿਹੜੇ ਵਾਈਟਾਮਿਨਸ ਆ ਤੇ ਬਾਕੀ ਜੋ ਬੋਡੀ ਦੇ ਵਿੱਚ ਮਿਨਰਲਸ ਵਗੈਰਾ ਘੁੰਮਦੇ ਆ ਉਹ ਤੁਹਾਡੇ ਪਲਾਜ਼ਮਾ ਦਾ ਹਿੱਸਾ ਬਣ ਜਾਂਦੇ। ਯਾਨੀ ਕਿ ਉਹ ਕਹਿ ਲਓ ਵੀ ਉਹਦੀ ਸਾਰੀ ਜਿਹੜੀ ਕੰਪੋਜੀਸ਼ਨ ਆ ਬਲੱਡ ਦੀ, ਉਹ ਮੇਨਲੀ ਜਿਹੜਾ ਪਲਾਜ਼ਮਾ ਆ, ਤੇ ਪਲੱਸ ਜਿਹੜੇ ਰੈੱਡ ਬਲੱਡ ਸੈਲਸ ਆ ਉਹ ਆਕਸੀਜਨ ਨੂੰ ਕੈਰੀ ਕਰਦੇ ਆ। ਸੋ ਤੁਹਾਡੇ ਸਾਰੇ ਬਲੱਡ ਦੇ ਲਈ, ਸਰੀਰ ਦੇ ਲਈ ਸਾਰੇ ਆਕਸੀਜਨ ਜਿਹੜੇ ਆਰਗਨਸ ਆ ਉਹਨਾਂ ਤੱਕ ਪਹੁੰਚਦਾ। ਤੇ ਯਾਨੀ ਕਿ ਉਹ ਜਿਹੜਾ ਪਾਣੀ ਪਾਰਟ ਆ, ਜਿਹੜਾ ਪਲਾਜ਼ਮਾ ਪਾਰਟ ਆ, ਉਹ ਤਕਰੀਬਨ 10 ਦਿਨਾਂ ਦੇ ਵਿੱਚ ਪੂਰਾ ਹੋ ਜਾਂਦਾ ਹੈ। ਜੇਕਰ ਤੁਸੀਂ ਅੱਜ ਡੋਨੇਟ ਕੀਤਾ ਤੇ ਤੁਸੀਂ 15 ਦਿਨਾਂ ਬਾਅਦ ਡੋਨੇਟ ਕਰ ਸਕਦੇ ਆ। ਪਲੱਸ ਉਹਦੇ ਜਿਹੜੇ ਪ੍ਰੋਡਕਟ ਬਣਨੇ ਆ, ਜਿੱਦਾਂ ਕੋਵਿਡ ਦੀ ਰਿਸਰਚ ਦੇ ਵਿੱਚ ਯੂਜ਼ ਹੋ ਰਿਹਾ ਸੀ, ਕੈਂਸਰ ਪੇਸ਼ੈਂਟ ਲਈ ਯੂਜ਼ ਹੁੰਦਾ, ਬਰਨ ਵਿਕਟਮਸ ਆ ਜਾਂ ਬੱਚਿਆਂ ਦੇ ਲਈ, ਉਹ ਕਾਫੀ ਜਿਹੜੀਆਂ ਚੀਜ਼ਾਂ ਉਹਦੀਆਂ ਜਿਹੜੀਆਂ ਬਣਦੀਆਂ ਜੀ ਪਲਾਜ਼ਮੇ ਦੀਆਂ। ਤੇ ਬੜਾ ਜ਼ਰੂਰੀ ਆ ਕਿ ਅਸੀਂ ਵੱਧ ਚੜ ਕੇ ਜਿਹੜਾ ਆ ਵੀ 15 ਦਿਨਾਂ ਬਾਅਦ ਨਹੀਂ, ਪਰ ਹਰੇਕ ਮਹੀਨੇ ਜਾਂ 3 ਹਫ਼ਤਿਆਂ ਬਾਅਦ ਵੀ ਜੇ ਕਰੀ ਜਾਈਏ ਤੇ ਬੜੀ ਵਧੀਆ ਗੱਲ ਹੈ ਜੀ। ਕਾਫੀ ਕਮਿਊਨਿਟੀ ਨੂੰ ਇਹਦਾ ਬੈਨੀਫਿਟ ਹੋ ਸਕਦਾ ਜੀ। ਅੱਗੇ ਦਲਵਿੰਦਰ ਸਿੰਘ ਜੀ, ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋ, ਭਾਰਤ ਦੇ ਵਿੱਚ ਰਿਮੋਟ ਏਰੀਆਜ਼ ਵੀ ਜ਼ਿਆਦਾ ਹੁੰਦੇ ਹੋਣਗੇ। ਇੱਕ ਜਿਹੜਾ ਹੋਰ ਫੈਕਟ ਹੈ ਉਹ ਹੈ ਕਿ ਰਿਮੋਟ ਏਰੀਆ ਦੇ ਵਿੱਚ ਜਿਹੜੇ ਡੋਨੇਟ ਕਰਨ ਦੀ ਹੀ ਸਟਰਗਲ ਹੁੰਦੀ ਆ, ਤੇ ਜੇ ਡੋਨੇਟ ਕਰਨ ਦੀ ਸਟਰਗਲ ਹੁੰਦੀ ਐਟ ਮੀਨਸ ਉੱਥੇ ਉਂਝ ਵੀ ਕਮੀ ਰਹਿੰਦੀ ਹੋਊਗੀ ਅਵੇਲੇਬਿਲਿਟੀ ਦੀ ਵੀ। ਸੋ ਉੱਥੇ ਕਿਵੇਂ ਅਜਿਹੀਆਂ ਚੀਜ਼ਾਂ ਨੂੰ ਕੋਪ ਕੀਤਾ ਜਾਂਦਾ, ਜਾਂ ਤੁਸੀਂ ਕਦੇ 2-4 ਹੋਏ ਹੋ ਅਜਿਹੀਆਂ ਚੀਜ਼ਾਂ ਦੇ ਨਾਲ ਜਾਂ ਅਜਿਹੇ ਸਵਾਲਾਂ ਦੇ ਨਾਲ? ਜ਼ਿਆਦਾਤਰ ਜਿਹੜਾ ਪਰਥ 'ਚ ਡੋਨੇਸ਼ਨ ਹੁੰਦੀ ਹੈ ਜੀ ਉਹ ਆਪਣੇ ਮੈਟਰੋਪੋਲੀਟਨ ਏਰੀਆ ਦੇ ਵਿੱਚ ਹੁੰਦੀ ਆ, ਪਰ ਜਿਹੜੇ ਰਿਮੋਟ ਏਰੀਆਜ਼ ਨੇ ਉਹਨੂੰ ਰਾਇਲ ਫਲਾਈਂਗ ਡਾਕਟਰਸ ਕਵਰ ਕਰਦੇ ਨੇ। ਤੇ ਜੇ ਫਿਰ ਇਹ ਹੁੰਦਾ ਕਿ ਜ਼ਿਆਦਾ ਬਲੱਡ ਦੀ ਕਿਸੇ ਨੂੰ ਲੋੜ ਪੈਂਦੀ ਆ ਤਾਂ ਉਹਨੂੰ ਟ੍ਰਾਂਸਫਰ ਕਰ ਦਿੰਦੇ ਨੇ ਪਰਥ ਦੇ ਵਿੱਚ,
ਪਰ ਜ਼ਿਆਦਾਤਰ ਜੇ ਆਪਾਂ ਹੁਣ ਦੇਖੀਏ, ਜੇ ਰਿਮੋਟ ਏਰੀਆਜ਼ ਦੇ ਵਿੱਚ ਕਮਿਊਨਿਟੀ ਡੋਨੇਟ ਕਰਨ ਵਾਲੀ ਵੀ ਉਨੀ ਕੁ ਹੋਊਗੀ, ਸੋ ਫਿਰ ਇਹ ਦੇਖਣਾ ਪੈਂਦਾ ਵੀ ਉਹਨਾਂ ਨੂੰ ਕਿੰਨਾ ਕੁ ਇਨਫਰਾਸਟਰਕਚਰ ਚਾਹੀਦਾ ਹੈਗਾ ਉੱਥੋਂ ਬਲੱਡ ਡੋਨੇਸ਼ਨ ਲੈਣ ਲਈ। ਸਾਡੇ ਕੁਝ ਨੇ ਸੱਜਣ ਮਿੱਤਰ ਕਹਿ ਲਈ ਜਾਂ ਸੇਵਾਦਾਰ ਜੁੜੇ ਹੋਏ ਨੇ, ਉਹ ਕਰਨਾ ਚਾਹੁੰਦੇ ਨੇ ਡੋਨੇਟ, ਪਰ ਉਹ ਰਹਿੰਦੇ ਰਿਮੋਟ ਕਮਿਊਨਿਟੀਜ਼ ਦੇ ਵਿੱਚ ਨੇ। ਫਿਰ ਉੱਥੇ ਇਹਨਾਂ ਨੂੰ ਇਹੀ ਕਿਹਾ ਜਾਂਦਾ ਕਿ ਜਦੋਂ ਤੁਸੀਂ ਕਿਸੇ ਵੱਡੇ ਸ਼ਹਿਰ 'ਚ ਆਏ, ਭਾਰਤ 'ਚ ਕਹਿ ਲਓ ਜਾਂ ਕਿਸੇ ਹੋਰ ਸਿਡਨੀ ਮੈਲਬਰਨ ਜਾਂਦੇ ਹੋ, ਤਾਂ ਤੁਸੀਂ ਉੱਥੇ ਜਾ ਕੇ ਡੋਨੇਟ ਜ਼ਰੂਰ ਕਰੋ। ਜਾਂ ਫਿਰ ਇਹ ਹੋ ਸਕਦਾ ਕਿ ਜਿਹੜੇ ਤੁਹਾਡੇ ਸੱਜਣ ਮਿੱਤਰ ਰਹਿੰਦੇ ਨੇ ਉਸ ਪਾਸੇ ਹੋਰ ਸ਼ਹਿਰਾਂ ਦੇ ਵਿੱਚ, ਤਾਂ ਤੁਸੀਂ ਉਹਨਾਂ ਨੂੰ ਇਸ ਬਾਰੇ ਪ੍ਰੇਰਿਤ ਕਰ ਸਕਦੇ ਹੋ, ਕਿਉਂਕਿ ਜਿਵੇਂ ਆਪਾਂ ਆਲਰੇਡੀ ਮੈਂਸ਼ਨ ਕਰਿਆ ਕਿ ਇਹਦੀ ਜ਼ਰੂਰਤ ਬਹੁਤ ਹੈ ਜੀ। ਸਿਰਫ 3% ਡੋਨੇਟ ਕਰਨ ਵਾਲੇ ਨੇ ਤੇ ਰਿਸੀਵਰ 30% ਹੈਗੇ ਨੇ, ਤੇ ਇਹ ਬਹੁਤ ਵੱਡੀ ਇਕੁਏਸ਼ਨ ਆ। ਤੇ ਦੂਸਰੀ ਗੱਲ ਜਿਹੜੀ ਸਭ ਤੋਂ ਮੇਨ ਗੱਲ ਹੈ ਜੀ, ਇਹ ਹਰ ਕੋਈ ਬੰਦਾ ਵੀ ਨਹੀਂ ਕਰ ਸਕਦਾ। ਜੇ ਆਪਾਂ ਦੇਖੀਏ ਕਿਸੇ ਬੰਦੇ ਨੂੰ ਕੋਈ ਬਲੱਡ ਦੀ ਪ੍ਰੋਬਲਮ ਚੱਲ ਰਹੀ ਹੈ ਬਾਈ ਬਰਥ ਕਹਿ ਸਕਦੇ, ਹਾਂਜੀ, ਜਾਂ ਫਿਰ ਉਹ ਐਨੈਮਿਕ ਹੁੰਦਾ ਹੈ, ਉਹ ਕਦੇ ਵੀ ਨਹੀਂ ਕਰ ਸਕਦਾ ਹੈਗਾ। ਸੋ ਇਹੀ ਹੁੰਦਾ ਵੀ ਜਿਹੜਾ ਬੰਦਾ ਕਰ ਸਕਦਾ, ਐਲੀਜੀਬਲ ਆ, ਤਾਂ ਉਹ ਬਹੁਤ ਕਿਸਮਤ ਵਾਲਾ ਬੰਦਾ ਵੀ ਹੈਗਾ, ਤੇ ਉਹਨੂੰ ਇਹ ਆਪਣੀ ਜੇ ਕਹਿ ਸਕਦੇ ਗਿਫਟ ਜਿਹੜੇ ਗੋਡ ਦੇ ਗਿਫਟ ਨੇ, ਉਹ ਅੱਗੇ ਕਮਿਊਨਿਟੀ ਦੇ ਵਿੱਚ ਦੇਣਾ ਚਾਹੀਦਾ। ਬਿਲਕੁਲ ਜੀ, ਜਿਹੜੀ ਨਿਯਮਤ ਆ ਉਹ ਸਾਂਝੀ ਕਰਨੀ ਚਾਹੀਦੀ ਆ। ਸੋ ਕਾਈਂਡਨੈਸ ਕਹਿੰਦੇ ਨੇ ਨੈਵਰ ਰਿਟਰਨ, ਪਰ ਉਹ ਅੱਗੇ ਕਿਸੇ ਕੋਲ ਜੇ ਤੁਸੀਂ ਕਰਦੇ ਹੋ, ਕਿਸੇ ਦੇ ਉੱਤੇ ਦਇਆ ਕਰਦੇ ਹੋ, ਤੇ ਉਹ ਤੁਹਾਡੇ ਤੇ ਕੋਈ ਹੋਰ ਦਇਆ ਕਰਨ ਦਾ ਭਾਵ ਕਿ ਪਾਰਟੀਕੂਲਰ ਉਹ ਬੰਦਾ ਨਹੀਂ, ਤੁਹਾਨੂੰ ਉਹ ਪਰਮਾਤਮਾ ਵੀ ਦੇਖਦਾ ਵੀ ਇਹਦੀ ਸਹਾਇਤਾ ਕਰਨੀ ਬਣਦੀ ਹੈ ਕਿ ਬੰਦਾ ਮਾਨਵਤਾ ਬਾਰੇ ਸੋਚਦਾ ਗਾ। ਸੋ ਫਤਿਹ ਸਿੰਘ ਜੀ, ਜੋ ਤੁਸੀਂ ਖਾਲਸਾ ਏਡ ਦੇ ਵੱਲੋਂ ਲਾਉਂਦੇ ਹੋ, ਫਿਰ ਹੁਣ ਗਰੁੱਪ ਦੇ ਵਿੱਚ ਜਾਂਦੇ ਹੋ ਜਾਂ ਫਿਰ ਸਾਰੇ ਵੰਡ ਕੇ ਚਲੇ ਜਾਂਦੇ ਨੇ ਕਿ ਇਸ ਦਿਨ ਇਹ ਜਾਓ, ਇਸ ਦਿਨ ਇਹ ਜਾਓ, ਇਸ ਦਿਨ ਇਹ ਜਾਓ? ਲੋਕਡਾਊਨ ਦੇ ਰਿਗਾਰਡਿੰਗ ਪਹਿਲਾਂ ਸਾਡਾ ਹੈਗਾ ਸੀ ਜੀ ਐਜ਼ ਅ ਗਰੁੱਪ ਦੇ ਹਿਸਾਬ ਨਾਲ ਇੱਕ ਦਿਨ ਮਿਲ ਕੇ ਵੀ ਆਪਾਂ ਕਰਾਂਗੇ, ਪਰ ਫਿਰ ਹੁਣ ਜਿਵੇਂ ਹਰ ਇੱਕ ਸਟੇਟ ਦੇ ਵੱਖਰੇ ਰੂਲ ਰੈਗੂਲੇਸ਼ਨ ਹੈਗੇ ਨੇ, ਤੇ ਫਿਰ ਉਹਨਾਂ ਦੇ ਹਿਸਾਬ ਨਾਲ ਦੇਖਣਾ ਪੈਂਦਾ ਜੇ ਅਲਾਓ ਕਰਦੇ ਨੇ ਨੰਬਰਸ। ਬਰਥ ਦੇ ਵਿੱਚ ਅਸੀਂ ਤਕਰੀਬਨ ਸਿਰਫ 2 ਵਾਰੀ ਐਜ਼ ਅ ਨੰਬਰ ਐਜ਼ ਅ ਗਰੁੱਪ ਦੇ ਤੌਰ ਤੇ ਡੋਨੇਟ ਕੀਤਾ, ਬਟ ਜਿਵੇਂ ਪਿਛਲੇ ਹਫ਼ਤੇ ਮੈਲਬਰਨ ਤੇ ਤਸਮਾਨੀਆ ਦੇ ਵਿੱਚ ਗਰੁੱਪ ਦੇ ਵਿੱਚ ਡੋਨੇਸ਼ਨ ਹੋਈ ਆ, ਤੇ ਉਸ ਤੋਂ ਇਲਾਵਾ ਐਡਲੇਡ ਦੇ ਵਿੱਚ ਕਹਿ ਸਕਦੇ ਹਾਂ ਉੱਥੇ ਬਹੁਤ ਵੱਡੇ ਲੈਵਲ ਤੇ ਗਰੁੱਪ ਡੋਨੇਸ਼ਨਸ ਹੁੰਦੀਆਂ ਨੇ, ਕਿਉਂਕਿ ਉੱਥੋਂ ਰਿਸਟ੍ਰਿਕਸ਼ਨ ਆਫ ਹੋ ਗਈਆਂ ਸੀ। ਬਟ ਕਿਉਂਕਿ ਹੁਣ ਜਿਹੜਾ ਹੁਣ ਪਿਛਲੇ ਹਫ਼ਤੇ ਦੌਰਾਨ ਹੀ ਲਾਕਡਾਊਨ ਹੋਇਆ, ਉਹ ਫਿਰ ਆਪਾਂ ਫਿਰ ਉਹ ਕਰਦੇ। ਮੋਸਟਲੀ ਆਪਾਂ ਇਹੀ ਐਨਕਰੇਜ ਕਰਦੇ ਹਾਂ ਕਿ ਜਦੋਂ ਆਪਾਂ ਡੋਨੇਟ ਕਰਨ ਜਾਂਦੇ ਹਾਂ, ਇਹ ਹੋ ਸਕਦਾ ਕਿ ਆਪਾਂ ਵੀ ਸੇਫ ਹੋਈਏ ਤੇ ਜਦੋਂ ਸੈਂਟਰ ਵੀ ਸੇਫ ਹੋਵੇ। ਸੋ ਬੈਟਰ ਇਹ ਆ ਜੇ ਤੁਸੀਂ ਇਕੱਲੇ ਜਾਣੇ ਕਰ ਸਕਦੇ ਹੋ ਤਾਂ ਉਹ ਵੀ ਠੀਕ ਆ, ਕਿਉਂਕਿ ਐਂਡ ਆਫ ਦਾ ਡੇ ਆਪਾਂ ਨੂੰ ਕੀ ਚਾਹੀਦੀ, ਡੋਨੇਸ਼ਨ ਚਾਹੀਦੀ ਆ। ਜੇ ਤੁਸੀਂ ਇਕੱਲੇ ਵੀ ਕਰ ਸਕਦੇ ਹੋ ਉਹ ਵੀ ਬਹੁਤ ਵਧੀਆ ਗੱਲ ਆ। ਹੋ ਸਕਦਾ ਕਿ ਐਂਡ ਆਫ ਦਾ ਈਅਰ ਜਾਂ ਅਗਲੇ ਸਾਲ ਦੇ ਵਿੱਚ ਫਿਰ ਆਪਾਂ ਵੱਡੀਆਂ ਇਵੈਂਟਸ ਪਲਾਨ ਕਰ ਸਕਦੇ ਹਾਂ, ਫਿਰ ਉਸ ਦੇ ਵਿੱਚ ਆਪਾਂ ਵੱਡੇ ਨੰਬਰ ਦੇ ਵਿੱਚ ਕਰ ਸਕਦੇ ਹਾਂ ਜੀ ਡੋਨੇਟ। ਜੀ ਸਹੀ ਗੱਲ। ਸੋ ਹਰਕੀਤ ਸਿੰਘ ਜੀ, ਹੁਣ ਇਸ ਕੋਵਿਡ ਦੇ ਦੌਰਾਨ ਆਪਾਂ ਨੂੰ ਪਤਾ ਕਿ ਇਹ ਤੋਂ ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ, ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੋੜ ਪਈ ਆ। ਸੋ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਆਪਣੇ ਭਾਈਚਾਰੇ ਨੂੰ ਕਿ ਇਸ ਲੋੜ ਦੇ ਵਿੱਚ ਆਪਣੇ ਭਾਈਚਾਰੇ ਦੇ ਵੱਲੋਂ ਜੋ 10 ਸਾਲਾਂ ਤੋਂ ਪਿੱਛੇ ਇੱਕ ਸਿੱਖ ਬਲੱਡ ਡੋਨੇਸ਼ਨ ਡਰਾਈਵ ਦੇ ਨਾਂ ਦੇ ਹੇਠ ਹਾਜ਼ਰੀ ਲਾਉਂਦੇ ਆ ਰਹੇ ਆ, ਖਾਲਸਾ ਏਡ ਵੀ ਬਹੁਤ ਵਧੀਆ ਇਹਦੇ ਵਿੱਚ ਉਦਮ ਕਰ ਰਿਹਾ ਹੈਗਾ, ਸੋ ਕਿਵੇਂ ਉਹਨਾਂ ਦੇ ਵਿੱਚ ਉਤਸ਼ਾਹ ਭਰਿਆ ਜਾਵੇ? ਕੀ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਉਹਨਾਂ ਨੇ ਲੰਗਰਾਂ ਦੇ ਵਿੱਚ ਬਹੁਤ ਜ਼ਿਆਦਾ ਖੁੱਲ੍ਹ ਕੇ ਹਾਜ਼ਰੀ ਲਾਈ, ਉਹ ਇੱਥੇ ਵੀ ਹੁਣ ਖੁੱਲ੍ਹ ਕੇ ਹਾਜ਼ਰੀ ਲਾਉਣ? ਜੀ ਬਿਲਕੁਲ ਗੁਰਤੇਜ ਸਿੰਘ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਪਿਛਲੇ 11 ਸਾਲਾਂ ਤੋਂ ਕਈ ਜਿਹੜੇ ਵੀਰ ਭੈਣਾਂ ਜਿਹੜੇ ਉਦੋਂ ਦੇ ਡੋਨੇਟ ਕਰ ਰਹੇ ਆ, ਉਹ ਅਜੇ ਤੱਕ ਵੀ ਸਿੱਖ ਬਲੱਡ ਡੋਨੇਸ਼ਨ ਡਰਾਈਵ ਦੇ ਨਾਲ ਕਾਫੀ ਡੋਨੇਟ ਕਰੀ ਜਾ ਰਿਹਾ। ਮੈਂ ਅੱਜ ਵੀ ਜਿਹੜੀ ਟੈਲੀ ਚੈੱਕ ਕਰ ਰਿਹਾ ਸੀ ਤੇ ਉਹਦੇ ਵਿੱਚ ਸ਼ੋ ਹੋ ਰਿਹਾ ਵੀ ਇਸ ਸਾਲ ਤੁਹਾਡੇ ਗਰੁੱਪ ਨੇ ਤਕਰੀਬਨ 762 ਜਾਨਾਂ ਜਿਹੜੀਆਂ ਬਚਾਈਆਂ, ਜਿਹੜੀ ਇੱਕ ਡੋਨੇਸ਼ਨ ਜਿਹੜੀ ਆ ਉਹ 3 ਜਾਨਾਂ ਬਚਾਉਂਦੀ ਆ, ਤੇ ਨੀਅਰਲੀ ਕਹਿ ਲਓ ਵੀ 300-350 ਸਾਡੇ ਤਕਰੀਬਨ 300 ਡੋਨੇਸ਼ਨ ਆਈ ਥਿੰਕ ਆਸਟ੍ਰੇਲੀਆ ਵਾਈਡ ਹੋਈ ਆ ਇਸ ਸਾਲ ਜੀ। ਤੇ ਜਿਹੜੀ ਕਿ ਬਿਨਾਂ ਪੁਸ਼ ਕੀਤੇ ਆ ਕਈ ਵਾਰੀ ਪਰਸਨਲ ਲੈਵਲ ਤੇ ਮੈਸੇਜ ਵਗੈਰਾ ਕਰ ਦਈਦੇ ਆ, ਪਰ ਉਹ ਤਕਰੀਬਨ ਭੈਣਾਂ ਆਪ ਡੋਨੇਟ ਕਰੀ ਜਾ ਰਹੇ ਆ ਜਾ ਕੇ, ਜਿਹੜੀ ਕਿ ਬੜੀ ਵਧੀਆ ਗੱਲ ਆ। ਤੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਜੀ ਵੀ ਆਪਾਂ ਜਿਹੜਾ ਬਾਕੀ ਪਾਸੇ ਵੀ ਯੋਗਦਾਨ ਪਾਉਂਦੇ ਆ, ਗੁਰੂ ਸਾਹਿਬ ਦਾ ਸਿਧਾਂਤ ਹੈ, ਸਰਬੱਤ ਦੇ ਭਲੇ ਦਾ ਸਿਧਾਂਤ ਆ, ਤੇ ਇਹ ਜਿਹੜੀ ਚੀਜ਼ ਆ ਇਹ ਕਹਿ ਲਓ ਵੀ ਤੁਹਾਨੂੰ ਐਕਸਟਰਨਲੀ ਬਣਾਈ ਨਹੀਂ ਜਾ ਸਕਦੀ, ਇਹ ਸਿਰਫ ਤੁਹਾਡੀ ਬੋਡੀ ਹੀ ਪ੍ਰੋਡਿਊਸ ਕਰ ਸਕਦੀ ਆ। ਜਿਹੜਾ ਮਨੁੱਖਾ ਸਰੀਰ ਆ ਜਾਂ ਹਿਊਮਨ ਬੋਡੀ ਆ, ਉਹੀ ਬਲੱਡ, ਪਲਾਜ਼ਮਾ, ਪਲੇਟਲੈਟਸ ਜੋ ਵੀ ਦੂਜੇ ਬੰਦੇ ਨੂੰ ਜਿਹੜੀ ਜਿੰਦਾ ਰੱਖਣ ਦੇ ਲਈ ਜ਼ਰੂਰੀ ਆ, ਉਹ ਸਾਡੀ ਬੋਡੀ ਹੀ ਬਣਾ ਸਕਦੀ ਆ, ਜਿਹੜੇ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਜੀਵਨ ਦਾਨ ਜਾਂ ਸਰੀਰ ਦਾਨ ਜਿਹੜਾ ਦਿੱਤਾ ਨਾ ਉਹਦੇ ਨਾਲ।
ਤੇ ਇਹਦੀ ਅਸੀਂ ਇੰਪੋਰਟੈਂਸ ਜਿਹੜੀ ਸਮਝੀਏ ਕਿ ਕਿਉਂਕਿ 30% ਲੋਕ ਜਾਂ ਹਰੇਕ ਤੀਜੇ ਵਿਅਕਤੀ ਨੂੰ ਜਿਹੜੀ ਆਸਟ੍ਰੇਲੀਆ ਦੇ ਵਿੱਚ ਜਿਹੜੇ ਅੰਕੜੇ ਕਹਿੰਦੇ ਆ ਵੀ ਲੋੜ ਪੈ ਸਕਦੀ ਆ। ਆਪਾਂ ਦੇਖਦੇ ਹਾਂ ਆਪਣੇ ਪਰਿਵਾਰਾਂ 'ਚ ਆਪਣੀ ਵਾਈਫਸ ਨੂੰ ਜਾਂ ਪ੍ਰੈਗਨੈਂਸੀ ਰਿਲੇਟਡ ਜਾਂ ਕੁਝ ਵੀ ਹਮੇਸ਼ਾ ਹੀ ਖੂਨਦਾਨ ਦੀ ਲੋੜ ਪੈਂਦੀ ਰਹਿੰਦੀ ਆ ਕਦੀ ਕਿਸੇ ਢੰਗ ਤੋਂ। ਤੇ ਇਹ ਬੜਾ ਜ਼ਰੂਰੀ ਆ ਕਿ ਅਸੀਂ ਡੋਨੇਟ ਕਰੀਏ, ਅੱਗੇ ਵੱਧ ਕੇ ਜ਼ਰੂਰ ਇਹਦੇ ਵਿੱਚ ਯੋਗਦਾਨ ਪਾਈਏ। ਤੇ ਉੱਥੇ ਤਕਰੀਬਨ ਤੁਸੀਂ ਜਾ ਕੇ ਜਿਹੜਾ ਬੜਾ ਈਜ਼ੀ ਪ੍ਰੋਸੈਸ ਆ, ਜੇਕਰ ਤੁਸੀਂ ਕੋਈ ਦਵਾਈ ਵਗੈਰਾ ਨਹੀਂ ਖਾ ਰਹੇ ਜਾਂ ਜਿਸ ਤਰ੍ਹਾਂ ਦਲਵਿੰਦਰ ਸਿੰਘ ਹੋਰਾਂ ਨੇ ਦੱਸਿਆ ਵੀ ਤੁਹਾਨੂੰ ਕੋਈ ਬਲੱਡ ਦੀ ਡਿਸੀਜ਼ ਜਾਂ ਕੋਈ ਹੋਰ ਡਿਸੀਜ਼ ਨਹੀਂ ਹੈਗੀ, ਤੇ ਉਹਦੇ ਨਾਲ ਤੁਸੀਂ ਅੱਗੇ ਜਾ ਕੇ ਤੇ ਡੋਨੇਟ ਕਰ ਸਕਦੇ ਆ। ਤੇ ਉਹ ਚੈੱਕ ਕਰ ਲੈਂਦੇ ਆ, ਕਾਫੀ ਵਧੀਆ ਜਿਹੜੀ ਪਹਿਲਾਂ ਇੰਟਰਵਿਊ ਕਰਦੇ ਆ, ਨਰਸਿਸ ਤੁਹਾਡੇ ਨਾਲ ਗੱਲਬਾਤ ਕਰਦੀਆਂ। ਜਿਹੜੇ ਇੰਗਲਿਸ਼ ਨਹੀਂ ਬੋਲ ਸਕਦੇ, ਜਿਸ ਤਰ੍ਹਾਂ ਕੋਈ ਵਿਜ਼ਿਟਰ ਆਏ ਹੋਏ ਨੇ ਜਾਂ ਕੋਈ ਥੋੜੀ ਜਿਹੀ ਇੰਗਲਿਸ਼ ਦੀ ਕੋਈ ਪ੍ਰੋਬਲਮ ਆ, ਤੇ ਉਹ ਇੰਟਰਪ੍ਰੇਟਰ ਵੀ ਉੱਥੇ ਹੋ ਜਾਂਦੇ ਆ। ਜਦੋਂ ਰਜਿਸਟ੍ਰੇਸ਼ਨ ਕਰੀਦੀ ਆ ਉਦੋਂ ਉਹਨਾਂ ਨੂੰ ਦੱਸ ਸਕਦੇ ਆ ਵੀ ਹਾਂ ਸਾਨੂੰ ਇੰਟਰਪ੍ਰੇਟਰ ਦੀ ਲੋੜ ਆ, ਤੇ ਉਹ ਇੰਟਰਪ੍ਰੇਟਰ ਲਿਆ ਕੇ ਤੇ ਤੁਹਾਡੀ ਜਿਹੜੀ ਆ ਹੈਲਪ ਉਹ ਕਰ ਦਿੰਦੇ ਆ। ਕਿਉਂਕਿ ਪਰਿਵਾਰ ਨੂੰ ਜਾਂ ਇੱਦਾਂ ਜਿਹੜੀ ਕਿਉਂਕਿ ਕਈ ਕੰਪਲੀਕੇਟਡ ਟਰਮ ਹੁੰਦੇ ਆ, ਉਹ ਕਈ ਵਾਰੀ ਅਸੀਂ ਨਹੀਂ ਟ੍ਰਾਂਸਲੇਟ ਕਰ ਪਾਉਂਦੇ, ਇਸ ਕਰਕੇ ਇੰਟਰਪ੍ਰੇਟਰ ਦਾ ਹੋਣਾ ਜ਼ਰੂਰੀ ਹੁੰਦਾ। ਤੇ ਬੜਾ ਈਜ਼ੀ ਜਿਹੜਾ ਜੀ ਇਹ ਰੈੱਡ ਕਰਾਸ ਨੇ ਬਣਾਇਆ ਹੋਇਆ, ਇੰਟਰਪ੍ਰੇਟਰ ਦੀ ਅਵੇਲੇਬਿਲਿਟੀ ਹੈਗੀ ਆ, ਉੱਦਾਂ ਵੀ ਬੜੀ ਹੈਲਪ ਉਹ ਤੁਹਾਡੀ ਕਰਦੇ ਆ। ਤੇ ਇਹੀ ਬੇਨਤੀ ਆ ਕਿ ਅੱਗੇ ਵੱਧ ਕੇ ਹਰ ਕੋਈ ਜਿਹੜਾ ਸਾਡਾ ਜਿਹੜਾ ਵੀ ਸੁਣ ਰਿਹਾ ਸਰੋਤਾ ਜਾਂ ਦਰਸ਼ਕ, ਉਹ ਜ਼ਰੂਰ ਆਪਣੇ ਭਾਈਚਾਰੇ ਚੋਂ ਅੱਗੇ ਜਾ ਕੇ ਜਿਹੜਾ ਵੀ ਨੇੜੇ ਦਾ ਤੁਹਾਡਾ ਡੋਨੇਸ਼ਨ ਸੈਂਟਰ ਹੈ ਉਹਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਡੋਨੇਟ ਕਰੋ। ਤੇ ਪਲੱਸ ਜਿਸ ਤਰ੍ਹਾਂ ਰਿਮੋਟ ਏਰੀਆਜ਼ ਦੀ ਗੱਲ ਚੱਲ ਰਹੀ ਸੀ, ਜਿਸ ਤਰ੍ਹਾਂ ਸਵਾਨ ਹਿੱਲ ਆ, ਮਿਲਡੂਰਾ ਆ ਜਾਂ ਵਿਕਟੋਰੀਆ ਦੇ ਜਿਹੜੇ ਰਿਮੋਟ ਜਿਹੜੇ ਏਰੀਆਜ਼ ਆ, ਉਹਨਾਂ ਦੇ ਵਿੱਚ ਜਿਹੜਾ ਬਲੱਡ ਡੋਨੇਸ਼ਨ ਦਾ ਟਰੱਕ ਜਿਹੜਾ ਹਰੇਕ ਮਹੀਨੇ 2 ਮਹੀਨੇ ਬਾਅਦ ਜਿਹੜਾ ਜਾਂਦਾ ਹੈ ਜੀ, ਉਹਦੀ ਜਿਹੜੀ ਜਿਹੜਾ ਟਾਈਮ ਟੇਬਲ ਹੈ ਉਹ ਡੋਨੇਟ ਬਲੱਡ ਦੀ ਜਿਹੜੀ ਵੈਬਸਾਈਟ ਆ donateblood.com.au ਤੇ ਉੱਥੇ ਅਵੇਲੇਬਲ ਹੁੰਦਾ ਹੈ। ਤੇ ਉਹ ਦੇਖ ਕੇ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਕਰ ਸਕਦੇ ਹੋ। ਯੂਜੂਅਲੀ ਜਿਹੜਾ ਟਰੱਕ ਆ ਉਹ 4-5 ਦਿਨਾਂ ਲਈ ਇੱਕ ਜਗ੍ਹਾ ਤੇ ਖੜਦਾ ਹੈ, ਫਿਰ ਉਹ ਅੱਗੇ ਚਲਾ ਜਾਂਦਾ ਹੈ। ਜਿਸ ਤਰ੍ਹਾਂ ਇੱਥੇ ਮੈਲਟਨ ਹੋਇਆ ਜਾਂ ਸਵਾਨ ਹਿੱਲ ਵੀ ਪਿੱਛੇ ਜਾਂ ਡੋਨੇਸ਼ਨ ਕੀਤੀ ਆ, ਸਾਡੇ ਸਾਰੇ ਵੀਰ ਉੱਥੇ ਜਾ ਕੇ ਡੋਨੇਟ ਕਰਕੇ ਆਏ ਆ, ਤੇ ਉਹ ਤਕਰੀਬਨ ਉਹ ਟਰੱਕ ਦੇ ਵਿੱਚ ਤੁਸੀਂ ਦੇਖ ਕੇ ਤੇ ਉੱਥੇ ਵੀ ਡੋਨੇਟ ਜਿਹੜਾ ਕਰ ਸਕਦੇ ਆ। ਤੇ ਜ਼ਰੂਰ ਡੋਨੇਟ ਕਰੋ, ਭਾਵੇਂ ਖਾਲਸਾ ਏਡ ਦਾ ਯੂਜ਼ ਕਰ ਲਓ ਕੋਡ, ਭਾਵੇਂ ਸਿੱਖ ਬਲੱਡ ਡੋਨੇਸ਼ਨ ਡਰਾਈਵ ਆ ਇਹਦਾ ਕੋਡ ਯੂਜ਼ ਕਰ ਲਓ। ਉੱਥੇ ਦੱਸ ਦਿਓ ਕਿ ਅਸੀਂ ਹਾਂ ਇਸ ਟੈਲੀ ਦੇ ਵਿੱਚ ਜਿਹੜਾ ਆਪਣਾ ਐਡ ਕਰਨਾ ਚਾਹੁੰਦੇ ਆ, ਤੇ ਉਹਦੇ ਵਿੱਚ ਫਿਰ ਤੁਹਾਡਾ ਜਿਹੜਾ ਨਾਮ ਜਿਹੜਾ ਐਡ ਹੋ ਜਾਂਦਾ ਹੈ। ਇੱਕ ABC ਦੀ ਰਿਪੋਰਟ ਕਹਿੰਦੀ ਆ ਕਿ ਜੇਕਰ ਇਹ ਪੈਂਡੈਮਿਕ ਲੰਬਾ ਚੱਲ ਗਿਆ ਤੇ ਫਿਰ ਵਿਸ਼ਵ ਭਰ ਦੇ ਵਿੱਚ, ਖਾਸ ਕਰ USA ਦੇ ਵਿੱਚ ਅਤੇ ਯੂਰਪ ਦੇ ਵਿੱਚ ਅਤੇ ਕੁਝ ਏਸ਼ੀਆ ਦੇ ਹਿੱਸਿਆਂ ਦੇ ਵਿੱਚ ਬਲੱਡ ਦੀ ਬਹੁਤ ਜ਼ਿਆਦਾ ਕਮੀ ਹੋ ਸਕਦੀ ਹੈ। ਇਸ ਦਾ ਮਤਲਬ ਕਿ ਆਸਟ੍ਰੇਲੀਆ ਦੇ ਵਿੱਚ ਭਾਵੇਂ ਕਿ ਜੇਕਰ ਵਧੀਆ ਹੰਭਲਾ ਮਾਰਿਆ ਜਾਵੇ, ਵਿਦੋਂ ਸਿਚੁਏਸ਼ਨ ਵਧੀਆ ਕੀਤੀ ਜਾ ਸਕਦੀ ਆ, ਪਰ ਦੂਜੇ ਮਾਨਵਤਾ ਦੇ ਦੂਜੇ ਪਾਸਿਆਂ ਨੂੰ ਵੀ ਦੇਖਦੇ ਹੋਏ ਭਾਵ ਕਿ ਐਕਸਟਰਾ ਹੀ ਇੱਕ ਬੈਂਕ ਰੱਖਣੀ ਚਾਹੀਦੀ ਆ ਭਰ ਕੇ। ਤੋ ਇਸ ਦੇ ਲਈ ਵੀ ਆਪਾਂ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਜੇਕਰ ਤੁਹਾਨੂੰ ਖਬਰਾਂ ਨਹੀਂ ਵੀ ਮਿਲਦੀਆਂ, ਜੇ ਅਪੀਲਾਂ ਨਹੀਂ ਵੀ ਆਉਂਦੀਆਂ, ਫਿਰ ਵੀ ਤੁਸੀਂ ਆਪਣੀ ਕੰਟੀਨਿਊਟੀ ਜ਼ਰੂਰ ਬਣਾ ਕੇ ਰੱਖਿਓ। ਜੀ ਬਿਲਕੁਲ ਗੁਰਤੇਜ ਸਿੰਘ ਜੀ, ਇਹ ਕੰਟੀਨਿਊਟੀ ਜਿਹੜੀ ਬੜੀ ਜ਼ਰੂਰੀ ਹੈ। ਇੱਕ ਤੇ ਰੈੱਡ ਕਰਾਸ ਨੂੰ ਵੀ ਪਤਾ ਲੱਗਦਾ ਵੀ ਸਾਡੇ ਕੋਲ ਕਿੰਨਾ ਬਲੱਡ ਅਵੇਲੇਬਲ ਆ, ਵੀ ਸਾਡੇ ਇੰਨੇ ਰੈਗੂਲਰ ਡੋਨਰਸ ਆ, ਇੰਨੇ ਸਾਡੇ ਕੋਈ ਕੈਜੂਅਲਿਟੀਜ਼ ਜਿੱਦਾਂ ਕੁਛ ਵੀ ਹੁੰਦਾ, ਜਿੱਦਾਂ ਬੁਸ਼ ਫਾਇਰਸ ਹੁੰਦੀਆਂ ਜਾਂ ਕਿਤੇ ਵੀ ਬਲੱਡ ਜਿਹੜਾ ਲੋੜ ਪੈ ਸਕਦਾ। ਪਲੱਸ ਉਹ ਇਹਨੂੰ ਫਰੀਜ਼ ਕਰਕੇ ਵੀ ਰੱਖ ਸਕਦੇ, ਜਿੱਦਾਂ ਪਲਾਜ਼ਮਾ ਵਗੈਰਾ ਆ, ਉਹਨੂੰ ਫਰੀਜ਼ ਕਰਕੇ ਜਿਹੜਾ ਅੱਗੇ ਫਿਊਚਰ ਯੂਜ਼ ਦੇ ਲਈ ਵੀ ਉਹ ਰੱਖ ਸਕਦੇ ਆ। ਪਲੱਸ ਜਿਹੜਾ ਆਸਟ੍ਰੇਲੀਆ ਦੀ ਬਲੱਡ ਸਪਲਾਈ ਆ ਜੀ, ਇਹ ਵਨ ਆਫ ਦੀ ਸੇਫੈਸਟ ਮੰਨੀ ਜਾਂਦੀ ਆ, ਕਿਉਂਕਿ ਇੱਥੇ ਜਿਹੜਾ ਪ੍ਰੋਸੈਸ ਆ ਉਹ ਬੜਾ ਹਾਈਜੀਨਿਕ ਪ੍ਰੋਸੈਸ ਆ, ਬਹੁਤ ਵਧੀਆ ਤਰ੍ਹਾਂ ਜਿਹੜਾ ਬੜਾ ਰੈਗੂਲੇਟਡ ਪ੍ਰੋਸੈਸ ਆ ਸ਼ੁਰੂ ਤੋਂ ਲੈ ਕੇ। ਜਿਸ ਤਰ੍ਹਾਂ ਇੰਟਰਵਿਊ ਜਦੋਂ ਤੁਹਾਡੀ ਹੁੰਦੀ ਆ, ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਦੇ ਆ, ਪਲੱਸ ਜਦੋਂ ਫਿਰ ਇੰਟਰਵਿਊ ਤੋਂ ਬਾਅਦ ਤੁਹਾਨੂੰ ਮਸ਼ੀਨ ਤੇ ਲੈ ਕੇ ਜਾਂਦੇ ਆ, ਉਹ ਸਾਰੀ ਸਾਫ਼ ਹੁੰਦੀ ਆ। ਉਸ ਤੋਂ ਬਾਅਦ ਜਿਹੜੀਆਂ ਸੂਈਆਂ ਯੂਜ਼ ਹੁੰਦੀਆਂ ਜਾਂ ਜਿਹੜੀਆਂ ਨਰਸਿਸ, ਜਿੰਨਾ ਪ੍ਰੋਸੈਸ ਜਿਹੜਾ ਯੂਜ਼ ਹੁੰਦਾ ਹੈ ਜੀ ਇਸ ਦੇ ਵਿੱਚ, ਉਹ ਸਭ ਤੋਂ ਸੇਫੈਸਟ ਪ੍ਰੋਸੈਸ ਮੰਨਿਆ ਜਾਂਦਾ ਵਰਲਡ ਦੇ ਵਿੱਚ। ਤੇ ਇੱਥੇ ਜੇ ਸਾਡੇ ਕੋਲ ਕਹਿ ਲਓ ਵੀ ਸਰਪਲਸ ਦੇ ਵਿੱਚ ਬਲੱਡ ਹੋਵੇ, ਤੇ ਜਿਹੜੀਆਂ ਹੋਰ ਕੰਟਰੀਜ਼ ਆ ਜਿੱਥੇ ਜੇ ਕੋਈ ਲੋੜ ਪੈਂਦੀ ਆ ਤੇ ਉੱਥੇ ਜਿਹੜਾ ਦਿੱਤਾ ਜਾ ਸਕਦਾ। ਤੇ ਇਹ ਬੜੀ ਵਧੀਆ ਗੱਲ ਹੋਊਗੀ ਕਿ ਜੇਕਰ ਸਾਡਾ ਜਿਹੜਾ ਸਾਰਾ ਸਿੱਖ ਜਗਤ ਆ ਅੱਗੇ ਹੋ ਕੇ ਡੋਨੇਟ ਕਰਦਾ, ਕਿਉਂਕਿ ਅਸੀਂ ਤੁਹਾਨੂੰ ਯਾਦ ਹੋਵੇ ਵੀ ਜਦੋਂ ਬਲੱਡ ਡੋਨੇਸ਼ਨ ਸ਼ੁਰੂ ਕੀਤੀ ਸੀ ਉਸ ਵੇਲੇ ਅਸੀਂ ਇੱਕ ਇੰਟਰਨੈਸ਼ਨਲ ਡਰਾਈਵ ਵੀ ਚਲਾਈ ਸੀ, ਜਿਹੜੀ ਕਿ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ, ਜਿਹੜੀ ਅਜੇ ਵੀ ਚੱਲ ਰਹੀ ਆ ਜੀ। ਤੇ ਕੈਨੇਡਾ ਦੇ ਵਿੱਚ ਕਾਫੀ ਜਿਹੜੀ ਡੋਨੇਸ਼ਨ ਬੜੀਆਂ ਵੱਡੇ ਰਿਕਾਰਡ ਬ੍ਰੇਕਿੰਗ ਆ, ਤੁਸੀਂ ਦੇਖਦੇ ਹੀ ਹੋਣੇ ਆ ਸਾਰੀਆਂ ਅਪਡੇਟਸ।
ਤੇ ਉਧਰ ਨਿਊਜ਼ੀਲੈਂਡ ਦੇ ਵਿੱਚ ਵੀ ਗੱਲ ਕਰਕੇ, ਇੰਗਲੈਂਡ ਦੇ ਵਿੱਚ ਵੀ ਜਿੰਨੇ ਸਿੰਘ ਇਸ ਪਾਸੇ ਲੱਗੇ ਹੋਏ ਸੀ ਉਹਨਾਂ ਦੇ ਨਾਲ ਵੀ ਸੰਪਰਕ ਹੈਗਾ, ਅਮਰੀਕਾ, ਕੈਨੇਡਾ, ਜਿੰਨੇ ਵੀ ਵਧੀਆ ਦੇਸ਼ ਹੈਗੇ ਆ। ਤੇ ਉੱਥੇ ਜੇਕਰ ਸਪਲਾਈਜ਼ ਵਧੀਆਂ ਆ ਤੇ ਸਾਰੇ ਪਾਸੇ ਜੇਕਰ ਕਿਸੇ ਹੋਰ ਖਿੱਤੇ 'ਚ ਵੀ ਲੋੜ ਪੈਂਦੀ ਆ ਤੇ ਉੱਥੇ ਜਿਹੜਾ ਆ ਬਲੱਡ ਜਿਹੜਾ ਦਿੱਤਾ ਜਾ ਸਕਦਾ, ਡਿਪੈਂਡਿੰਗ ਔਨ ਨੇਸ਼ਨ ਦੀਆਂ ਕੀ ਟਰੀਟੀਜ਼ ਹੁੰਦੀਆਂ। ਬਟ ਇਹ ਆ ਕਿ ਜ਼ਰੂਰ ਇਹ ਜਿਹੜਾ ਡੋਨੇਸ਼ਨ ਜਿਹੜੀ ਕਰਨੀ ਚਾਹੀਦੀ ਆ, ਤਾਂ ਕਿ ਘੱਟੋ ਘੱਟ ਸਾਡੇ ਮੁਲਕ 'ਚ ਤੇ ਜਾਣੀ ਕਿਸੇ ਨੂੰ ਇੱਦਾਂ ਨਾ ਹੋਵੇ ਵੀ ਬਲੱਡ ਡੋਨੇਸ਼ਨ ਨਹੀਂ ਮਿਲੀ ਜੇ ਲੋੜ ਪਵੇ ਤਾਂ। ਜੀ, ਸੋ ਅਖੀਰ ਦੇ ਉੱਤੇ ਬਲਵਿੰਦਰ ਸਿੰਘ ਜੀ, ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਸੰਗਤਾਂ ਹੋਰ ਉਤਸ਼ਾਹਿਤ ਹੋਣ, ਖਾਲਸਾ ਏਡ ਦੇ ਵਰਕਰ ਵੀ ਹੋਰ ਉਤਸ਼ਾਹਿਤ ਹੋਣ, ਢਿੱਲ ਨਾ ਕਰਨ, ਸਾਰੇ ਆਪਾਂ ਢਿੱਲ ਨਾ ਕਰੀਏ। ਮੇਰਾ ਵੀ ਹੁਣ ਮਨ ਬਣਨ ਲੱਗ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਜ਼ਰੀ ਲਾਵਾਂਗੇ ਇਹ ਸਾਰੀਆਂ ਗੱਲਾਂ ਸੁਣ ਕੇ। ਹਾਂਜੀ ਤਲਵਿੰਦਰ ਸਿੰਘ। ਪਹਿਲੀ ਗੱਲ ਤਾਂ ਜੀ ਵੀ ਹਰ ਇੱਕ ਇੰਡੀਵਿਜੂਅਲ ਕੋਲ ਕੁਛ ਨਾ ਕੁਛ ਹੁੰਦਾ ਜਿਹੜਾ ਆਪਾਂ ਐਜ਼ ਅ ਸੇਵਾ ਭਾਵਨਾ ਤੌਰ ਤੇ ਅਰਪਣ ਕਰ ਸਕਦੇ ਹਾਂ। ਤੇ ਜੇ ਆਪਾਂ ਅੰਕੜੇ ਦੀ ਗੱਲ ਕਰੀਏ, ਹੁਣ ਤੱਕ ਇਸ ਸਾਲ ਦੇ ਸ਼ੁਰੂਆਤ ਤੋਂ ਲੈ ਕੇ 190 ਡੋਨੇਸ਼ਨਸ ਹੋ ਚੁੱਕੀਆਂ ਨੇ ਤੇ ਉਹਦੇ ਵਿੱਚ ਮੈਜੋਰਿਟੀ ਹੈਗੀਆਂ ਨੇ ਵੀ ਆਪਾਂ ਪਲਾਜ਼ਮਾ ਦੀਆਂ ਹੀ ਨੇ। ਤੇ ਖਾਲਸਾ ਏਡ ਦੀ ਟੀਮ ਦੇ ਵੱਲੋਂ ਜਿਵੇਂ ਕਹਿ ਸਕਦੇ ਕਿ 570 ਲਾਈਫਸ ਬਚਾਈਆਂ ਗਈਆਂ ਨੇ 2020 ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ। ਤੇ ਉਸ ਤੋਂ ਇਲਾਵਾ ਜਿਹੜਾ ਮੇਰਾ ਇੱਕ ਨਿੱਜੀ ਕਾਰਨ ਹੁੰਦਾ ਵੀ ਮੈਂ ਕਿਉਂ ਡੋਨੇਟ ਕਰਦਾ, ਤੇ ਹੋ ਸਕਦਾ ਕਿ ਇਸ ਨੂੰ ਸੁਣ ਕੇ ਕੋਈ ਹੋਰ ਸੱਜਣ ਮਿੱਤਰ, ਭੈਣ ਭਰਾ ਵੀ ਸੋਚੇ ਵੀ ਹਾਂ ਵੀ ਆਪਾਂ ਵੀ ਕਿਉਂ ਨਾ ਕਰੀਏ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਆਪਣੀ ਇੰਟਰਵਿਊ ਲੈਂਦੇ ਨੇ ਉਹ ਤੁਹਾਡਾ ਬਲੱਡ ਪ੍ਰੈਸ਼ਰ ਵਗੈਰਾ ਚੈੱਕ ਕਰਦੇ ਨੇ, ਤੁਹਾਡੇ 'ਚ ਕਿੰਨੇ ਗ੍ਰਾਮ ਖੂਨ ਆ, ਜਿਵੇਂ ਆਪਾਂ ਕਹਿੰਦੇ ਹੁੰਦੇ ਵੀ HB, ਉਹ ਦੇਖਦੇ ਨੇ। ਮੀਨਸ ਵੀ ਜਦੋਂ ਤੁਸੀਂ ਬਲੱਡ ਡੋਨੇਟ ਕਰਨ ਜਾਂਦੇ ਹੋ ਤੇ ਇੱਕ ਤਰੀਕੇ ਨਾਲ ਤੁਹਾਡਾ ਆਪਦਾ ਖੁਦ ਦਾ ਮੈਡੀਕਲ ਹੋ ਜਾਂਦਾ ਵੀ ਤੁਹਾਡੀ ਹਾਰਟ ਬੀਟ ਵੱਧ ਘੱਟ ਤਾਂ ਨਹੀਂ ਹੈਗੀ। ਇੱਕ ਤਾਂ ਇਹ ਕਾਰਨ ਹੈਗਾ ਡੋਨੇਟ ਕਰਨ ਦਾ। ਦੂਸਰੀ ਗੱਲ, ਬਹੁਤ ਸੋਹਣੀ ਗੱਲ ਕੀਤੀ ਹੈ, ਇਹ ਬਹੁਤ ਸਾਰਿਆਂ ਨੂੰ ਉਤਸ਼ਾਹਿਤ ਕਰੂਗੀ ਕਿ ਚਲੋ ਬਹਾਨੇ ਨਾਲ ਉਂਝ ਜਾਇਆ ਨਹੀਂ ਜਾਂਦਾ, ਪੁੰਨ ਵਾਲੇ ਬਣੀਆਂ। ਕਿਉਂਕਿ ਕਈ ਵਾਰੀ ਆਪਾਂ ਕੰਮਕਾਰ ਜਾਂ ਪਰਿਵਾਰਕ ਰੁਝੇਵਿਆਂ 'ਚ ਇੰਨੇ ਰੁੱਝੇ ਹੁੰਦੇ ਹਾਂ ਕਿ ਆਪਾਂ ਆਪਣੀ ਸਿਹਤ ਦਾ ਖਿਆਲ ਹੀ ਰੱਖਦੇ ਹਾਂ ਜੀ। ਤੇ ਫਿਰ ਜੇ ਮੰਨ ਲਓ ਇੱਕ ਵਾਰ ਤੁਸੀਂ ਰਿਜੈਕਟ ਹੋ ਵੀ ਗਏ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਕਿਸੇ 'ਚ ਆਇਰਨ ਦੀ ਕਮੀ ਆ ਗਈ, ਫਿਰ ਉਹ ਅਗਲੀ ਵਾਰ ਦੀ ਆਪਣਾ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦਾ ਵੀ ਹਾਂ ਕਿਸ ਹਿਸਾਬ ਨਾਲ ਪੂਰਾ ਹੋਵੇ। ਤੇ ਮੇਰਾ ਜਦੋਂ ਹਰੇਕ ਵਾਰੀ ਹੁੰਦਾ ਵੀ ਉਹ ਜਿਵੇਂ ਕਹਿ ਲਈ ਜਿੰਨੀ ਕੁ ਉਹਨਾਂ ਨੇ ਬਾਰ ਸੈੱਟ ਕੀਤੀ ਹੁੰਦੀ ਵੀ ਇਹ ਮੀਡੀਅਮ ਆ, ਮਤਲਬ ਮਿਨੀਮਮ ਨਹੀਂ, ਮੀਡੀਅਮ ਦਾ ਲੈਵਲ ਤੋਂ ਉਹ ਤਾਂ ਹਮੇਸ਼ਾ ਉੱਪਰ ਹੀ ਹੁੰਦਾ। ਤੇ ਮੇਰਾ ਇਹੀ ਹੁੰਦਾ ਵੀ ਇਸ ਤੋਂ ਥੋੜਾ ਹੋਰ ਵਧਾਇਆ ਜਾਵੇ ਵੀ ਜਿੰਨਾ ਕੁ ਮੈਕਸਿਮਮ ਤੱਕ ਜਾ ਸਕਦਾ ਆਪਣਾ। ਤੇ ਇੱਕ ਤਾਂ ਇਹ ਆਪਣੀ ਪਰਸਨਲ ਜਿਹੜੀ ਜ਼ਿੰਦਗੀ ਆ, ਆਪਣਾ ਸਰੀਰ ਆ, ਇਹ ਤੋਂ ਉੱਪਰ ਕੁਛ ਨਹੀਂ ਹੈਗਾ। ਇੱਕ ਤਾਂ ਆਪਾਂ ਉਹ ਫਿੱਟ ਕਹਿ ਸਕਦੇ ਕਿ ਆਪਾਂ ਰਹਾਂਗੇ ਜੇ ਆਪਾਂ ਇਸ ਚੀਜ਼ ਦਾ ਧਿਆਨ ਰੱਖਾਂਗੇ। ਦੂਸਰੀ ਗੱਲ ਹੈਗੀ ਆ ਵੀ ਹਰ ਕੋਈ ਜਿਵੇਂ ਪਹਿਲਾਂ ਮੈਂਸ਼ਨ ਕਰ ਚੁੱਕਿਆ ਕੋਈ ਡੋਨੇਟ ਨਹੀਂ ਕਰ ਸਕਦਾ। ਹੋ ਸਕਦਾ ਕਿ ਆਪਾਂ ਅੱਜ ਅਗਲੇ 5-10 ਸਾਲਾਂ ਤੱਕ ਡੋਨੇਟ ਕਰ ਸਕਦੇ ਹਾਂ, ਸ਼ਾਇਦ ਨਾ ਕਰ, ਪਰ ਇਹ ਵੀ ਆਪਾਂ ਨੂੰ ਇਹ ਕਿ ਜਦੋਂ ਅਸੀਂ ਕਰ ਸਕਦੇ ਅਸੀਂ ਕੀਤਾ, ਅਸੀਂ ਆਪਣਾ ਰੋਲ ਪਲੇ ਕੀਤਾ। ਤੇ ਸੋ ਇਸ ਲਈ ਵੀ ਇੱਕ ਇਹ ਵੀ ਕਾਰਨ ਹੈਗਾ। ਤੀਸਰਾ ਇਹ ਆ ਵੀ ਉਹ ਸਨੈਕਸ ਵੀ ਹੁੰਦੇ ਨੇ, ਜਿਵੇਂ ਹਾਸੇ ਵਾਲੇ ਪਾਸੇ ਗੱਲ ਹੈ ਜੀ ਭਾਈ, ਜੇ ਤੁਸੀਂ ਜਾ ਰਹੇ ਹੋ ਤੁਹਾਡਾ ਮੂੰਹ ਮਿੱਠਾ ਕਰਾਉਂਦੇ ਹੀ ਨੇ ਉਹ, ਵੀ ਕੁਛ ਨਾ ਕੁਛ ਉਹਨਾਂ ਕੋਲ ਹੁੰਦਾ। ਤੇ ਜਿੱਦਾਂ ਹਰਕੀਰਤ ਸਿੰਘ ਜੀ ਨੇ ਮੈਂਸ਼ਨ ਕਰਿਆ ਕਿ ਉਹ ਬਹੁਤ ਵਧੀਆ ਉੱਥੇ ਫੈਸਿਲਿਟੀਜ਼ ਹੁੰਦੀਆਂ ਨੇ, ਨਰਸਿਸ ਪੂਰਾ ਧਿਆਨ ਰੱਖਦੇ ਨੇ ਤੁਹਾਡਾ ਵੀ ਜਦੋਂ ਡੋਨੇਸ਼ਨ ਤੁਹਾਡੀ ਚੱਲ ਰਹੀ ਹੁੰਦੀ ਆ। ਬਸ ਪਹਿਲੀ ਵਾਰ ਜਦੋਂ ਸੂਈ ਲੱਗਦੀ ਆ ਉਦੋਂ ਥੋੜਾ ਜਿਹਾ ਫੀਲ ਜ਼ਰੂਰ ਹੁੰਦਾ ਵੀ ਸੂਈ ਦੇ ਅੰਦਰ, ਪਰ ਉਸ ਤੋਂ ਇਲਾਵਾ ਭਾਵੇਂ ਤੁਸੀਂ ਉੱਥੇ TV ਦੇਖੋ, ਮੈਂ ਜ਼ਿਆਦਾਤਰ ਕਿਤਾਬ ਲੈ ਜਾਣਾ ਹੁੰਦਾ। ਜੇ ਕੋਈ ਮੇਰੇ ਨਾਲ ਜਾਂਦਾ ਮੈਂ 2-4 ਕਿਤਾਬਾਂ ਹੋਰ ਲੈ ਜਾਣਾ ਕਿ ਉਹ ਪੜ੍ਹ ਸਕਦੇ ਹੋ ਉਸ ਟਾਈਮ ਦੇ ਦੌਰਾਨ। ਸੋ ਇਹ ਇੱਕ ਵਧੀਆ, ਹੁਣ ਗਰਮੀਆਂ ਆ ਗਈਆਂ, ਤੁਸੀਂ 2 ਘੰਟਾ AC 'ਚ ਵੀ ਬੈਠ ਸਕਦੇ ਹੋ ਜੇ ਆਪਾਂ ਕਹੀਏ। ਸੋ ਇੱਕ ਤਰੀਕੇ ਜਿਹੜੀ ਤੁਹਾਡੀ ਡੋਨੇਸ਼ਨ ਆ ਬੜੇ ਸੁਖਾਦ ਐਕਸਪੀਰੀਅੰਸ ਰਹੂਗਾ ਤੁਹਾਡਾ। ਤੇ ਨਾਲ ਦੇ ਨਾਲ ਤੁਸੀਂ ਇੱਕ ਚੇਅਰ ਤੇ ਬੈਠੇ ਪੂਰੀ ਦੁਨੀਆ ਨੂੰ ਕਹਿ ਸਕਦੇ ਹਾਂ, ਜਾਂ ਘੱਟੋ ਘੱਟ ਆਸਟ੍ਰੇਲੀਆ ਦੀ ਕਮਿਊਨਿਟੀ ਨੂੰ ਸੇਵ ਕਰਨ ਲਈ ਕੋਈ ਨਾ ਕੋਈ ਕੰਮ ਕਰ ਰਹੇ ਹੋ, ਸੁਪਰ ਹੀਰੋ ਬਣੇ ਹੋਏ ਹੋ ਤੁਸੀਂ। ਤੇ ਅੱਜ ਕੱਲ੍ਹ ਦੀ 20ਵੀਂ ਸਦੀ ਵਿੱਚ ਤੁਸੀਂ ਕੁਰਸੀ ਤੇ ਬੈਠ ਕੇ ਦੁਨੀਆ ਬਚਾ ਰਹੇ ਹੋ ਤੇ ਐਜ਼ ਅ ਸੁਪਰ ਹੀਰੋ, ਇਸ ਤੋਂ ਉੱਪਰ ਹੋਰ ਕੀ ਹੋ ਸਕਦਾ। ਸਹੀ ਹੈ। ਤੁਸੀਂ ਜਿਹੜੀ ਲਾਈਟ ਮੋਡ ਵਾਲੀ ਗੱਲ ਕੀਤੀ ਉਸ ਚਲੋ ਹੁਣ ਬਹਾਨੇ ਨਾਲ ਆਪਾਂ ਵੀ ਹਾਜ਼ਰੀ ਲਾ ਦੀ। ਸੋ ਜਦੋਂ ਹਰਕੀਰਤ ਸਿੰਘ ਹੋਰਾਂ ਨੇ ਸ਼ੁਰੂ ਕੀਤਾ ਸੀ, ਸਾਰੇ ਮੁੰਡੇ ਸ਼ੇਅਰਿੰਗ 'ਚ ਰਹਿੰਦੇ ਹੁੰਦੇ, ਉਹਨੂੰ ਕਹਿਣਾ ਵੀ ਚਲੋ ਅੱਜ ਸਵੇਰ ਦਾ ਜਿਹੜਾ ਖਾਣਾ ਅਸੀਂ ਆਫਰ ਕਰਾਂਗੇ, ਜਿਹੜਾ ਬ੍ਰੇਕਫਾਸਟ ਆ। ਤੇ ਉੱਥੇ ਜਦੋਂ ਜਾਣਾ, ਉੱਥੇ ਬਲੱਡ ਡੋਨੇਸ਼ਨ ਵਾਲੇ ਤਾਂ ਬਹੁਤ ਥੋੜ੍ਹਾ ਰੱਖਿਆ ਹੁੰਦਾ ਸੀ, ਤੇ ਕੌਫੀ ਜਾਂ ਕੁਝ ਕੁ ਕੇਲੇ ਸੇਬ। ਸੋ ਇਹ ਹਰਕੀਰਤ ਸਿੰਘ ਹੋਰਾਂ ਦੀ ਜਿਹੜੀ ਆਪਾਂ ਕਹਿੰਦੇ ਕਿ ਸ਼ਾਬਾਸ਼ੀ ਆ ਕਿ ਜੇਬ ਦੇ ਵਿੱਚੋਂ ਹੀ ਪੈਸੇ ਲਾ ਕੇ ਕਾਫੀ ਜ਼ਿਆਦਾ ਸੰਗਤਾਂ ਲਈ ਐਕਸਟਰਾ ਲੈ ਕੇ ਆਉਂਦੇ। ਸੋ ਜਿੰਨੇ ਖੁੱਲ੍ਹੇ ਰੂਪ 'ਚ ਆਪਣੇ ਸੰਗਤਾਂ ਛਕਦੀਆਂ ਨੇ, ਸੋ ਉੱਥੇ ਜਾ ਕੇ ਅਸੀਂ ਵੀ ਫਿਰ ਜਿਹੜੇ ਯਾਰ ਮਿੱਤਰ ਹੁੰਦੇ ਸੀ ਕਿ ਆਹ ਦੇਖੋ ਧੰਨ ਕਰਾਤੀ ਨਾ, ਸੋ ਤੁਸੀਂ ਖੂਨ ਦੇਣ ਵਾਲੇ ਬਣੋ। ਸੋ ਜਿਹੜਾ ਖਾਣ ਪੀਣ ਦਾ ਉਹਦਾ ਕੋਈ ਚੱਕਰ ਨਹੀਂ, ਇੱਕ ਪਿਕਨਿਕ ਹੀ ਹੋ ਜਾਂਦੀ ਸੀ ਆਪਾਂ ਕਹਿੰਦੇ। ਸੋ ਹਰਕੀਰਤ ਸਿੰਘ, ਇੱਦਾਂ ਦਾ ਤੁਸੀਂ ਕੋਈ ਫਨ ਫੈਕਟ ਸਾਂਝਾ ਕਰਨਾ ਚਾਹੋਗੇ ਜੋ ਯਾਦਾਂ ਦੇ ਵਿੱਚੋਂ? ਇਹਦੀ ਵੀ ਆਪਾਂ ਹਾਜ਼ਰੀ ਲਾ ਲਈ ਮੜੀ ਥੋੜ੍ਹੀ। ਜੀ ਬਿਲਕੁਲ, ਉਹ ਕਾਫੀ ਗੁਰਤੇਜ ਸਿੰਘ ਜੀ ਉਸ ਵੇਲੇ ਤੇ ਕਿਉਂਕਿ ਨਵਾਂ ਪ੍ਰੋਜੈਕਟ ਸੀ
ਤੇ ਆਪਣੇ ਵੀਰਾਂ ਨੇ ਕਈਆਂ ਨੇ ਉੱਥੇ ਡੋਨੇਟ ਨਹੀਂ ਸੀ ਕੀਤਾ ਹੁੰਦਾ, ਪਰ ਕਈਆਂ ਨੇ ਉੱਥੇ ਜਿਨ੍ਹਾਂ ਨੇ ਕੀਤਾ ਸੀ ਤੇ ਉਹਨਾਂ ਨੂੰ ਵੀ ਜੇ ਕਈ ਵਾਰੀ ਜੇ ਰਿਜੈਕਸ਼ਨ ਮਿਲ ਜਾਣੀ ਤੇ ਉਹਨਾਂ ਨੂੰ ਬੜਾ ਧੱਕਾ ਲੱਗਦਾ ਸੀ। ਕਈ ਵਾਰੀ ਦੂਰੋਂ ਟਰੈਵਲ ਕਰਕੇ ਆਉਂਦੇ ਸੀ ਜਾਂ ਸਵੇਰੇ ਕਈ ਵਾਰੀ ਇਹਨਾਂ ਨੇ ਕਹਿਣਾ ਵੀ ਅਸੀਂ 8 ਵਜੇ ਸ਼ੁਰੂ ਹੋਣੀ ਤੇ 8 ਵਜੇ ਅਸੀਂ ਪਹਿਲਾਂ ਡੋਨੇਟ ਕਰਨਾ। ਤੇ ਉਹ ਕਈ ਵੀਰਾਂ ਦੇ ਨਾਲ, ਚਲੋ ਹੁਣ ਪਰਸਨਲ ਲੈਵਲ ਦੀ ਗੱਲ ਨਹੀਂ, ਬਟ ਕਈ ਵੀਰਾਂ ਨੂੰ ਥੋੜੀ ਇੰਗਲਿਸ਼ ਦੀ ਕਈ ਵਾਰੀ ਪ੍ਰੋਬਲਮ ਹੁੰਦੀ ਸੀ ਤੇ ਉਹ ਕਈ ਵਾਰੀ ਨਹੀਂ ਹੋ ਪਾਈ, ਤੇ ਜਾਂ ਫਿਰ ਕੁਛ ਨਾ ਕੁਛ ਏਦਾਂ ਦੀਆਂ ਲਾਈਟ ਗੱਲਾਂ ਕਈ ਹੁੰਦੀਆਂ ਰਹੀਆਂ ਖਾਣੇ ਨਾਲ ਰਿਲੇਟਡ ਹੋਣ ਜਾਂ ਡੋਨੇਸ਼ਨ ਨਾਲ ਰਿਲੇਟਡ ਹੋਣ। ਕਈ ਵੀਰ ਯਾਨੀ ਕਿ ਡੋਨੇਟ ਕਰਦੇ ਬੇਹੋਸ਼ ਹੋ ਜਾਂਦੇ ਸੀ, ਉਹ ਵੀ ਕਈ ਵਾਰੀ ਹੋ ਜਾਂਦੀ ਸੀ ਗੱਲਬਾਤ। ਜੀ ਇਸ ਤਰ੍ਹਾਂ ਮੈਨੂੰ ਲੱਗਦਾ ਇੱਕ ਮੇਲਾ ਹੀ ਹੁੰਦਾ, ਉਹਨੂੰ ਡਰ ਕੱਢ ਕੇ ਬੜੀ ਖੁਸ਼ੀ ਦੇ ਨਾਲ ਜਾਣਾ ਚਾਹੀਦਾ। ਆਪਾਂ ਨੂੰ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਜਾਓ, ਜਦੋਂ ਗਰੁੱਪ ਦੇ ਵਿੱਚ ਦਾਨ ਕਰਨ ਜਾਂਦੇ ਹੋ ਖੂਨ, ਤੁਸੀਂ ਗੱਲਾਂ ਬਾਤਾਂ ਕਰਦੇ ਹੋ ਬਹਾਨੇ ਦੇ ਨਾਲ। ਹਰ 15 ਦਿਨਾਂ ਬਾਅਦ ਤੁਹਾਡੀ ਵਧੀਆ ਮੇਲ ਜੇਲ ਵੀ ਹੋ ਸਕਦਾ। ਤੁਹਾਡੇ ਜਿਹੜੇ ਜਾਣਕਾਰ ਨੇ ਬਹਿ ਕੇ ਚਾਹ ਦਾ ਕੱਪ ਛਕ ਕੇ ਆਓ, ਪੰਥਕ ਵਿਚਾਰਾਂ ਵੀ ਕਰਿਆ ਆਓ। ਜਿੱਦਾਂ ਦਲਵਿੰਦਰ ਸਿੰਘ ਨੇ ਕਿਹਾ ਕਿਤਾਬ ਚੱਕ ਲਿਆ ਜਾਓ, ਉਹ ਵੀ ਪੜ੍ਹ ਲਓ ਬਹਾਨੇ ਦੇ ਨਾਲ। ਹੋਰ ਅਨੇਕਾਂ ਹੀ ਕੁਛ ਆ। ਸੋ ਸਭ ਤੋਂ ਵੱਡੀ ਗੱਲ ਆ ਕਿ ਸੁਪਰ ਹੀਰੋ ਤੁਸੀਂ ਬਣ ਜਾਂਦੇ, ਚਾਹੇ ਤੁਹਾਡੀ ਇੱਛਾ ਨਹੀਂ ਆ, ਪਰ 3 ਜ਼ਿੰਦਗੀਆਂ ਤੁਸੀਂ ਬਚਾ ਲੈਂਦੇ ਹੋ ਜਿਨ੍ਹਾਂ ਨੂੰ ਮੌਕੇ ਦੇ ਉੱਤੇ ਲੋੜ ਆ। ਸੋ ਤੁਹਾਡਾ ਜਿਹੜਾ ਬਲੱਡ ਗਰੁੱਪ ਆ ਉਸ ਦੀ ਖਾਸ ਕਰ ਜੇਕਰ ਲੋੜ ਆ, ਉਸ ਦੇ ਲਈ ਤੁਸੀਂ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਹੋ ਜਿਹਨੇ ਤੁਹਾਡੇ ਬਲੱਡ ਚਾਹੀਦਾ ਗਾ। ਇਹਦੇ ਵਿੱਚ 1-2 ਗੱਲਾਂ ਹੋਰ ਵੀ ਆ ਕਿ ਉਹ ਪੋਜ਼ੀਟਿਵ ਅਤੇ ਉਹ ਨੈਗੇਟਿਵ। ਮੈਂ ਕਨਫਰਮ ਕਰ ਲਾਂ ਜੀ, ਜਿਹੜਾ ਕਿਉਂਕਿ ਆਪਾਂ ਫੈਕਟ ਸਾਂਝਾ ਕਰ ਰਹੇ ਹਾਂ, ਇਹਨਾਂ ਦੀ ਖਾਸ ਕਰ ਆਸਟ੍ਰੇਲੀਆ ਦੇ ਵਿੱਚ ਕਾਫੀ ਅੱਜ ਕੱਲ੍ਹ ਜ਼ਰੂਰਤ ਆ। ਜੇਕਰ ਤੁਹਾਡਾ ਮਾਫੀ ਚਾਹੁੰਦਾ ਉਹ ਪੋਜ਼ੀਟਿਵ ਅਤੇ ਏ ਪੋਜ਼ੀਟਿਵ, ਇਹ ਪਿਛਲੇ ਦਿਨਾਂ ਦੇ ਵਿੱਚ ਇਹਦੀ ਜਿਹੜੀ ਸਪਲਾਈ ਉਹ ਥੋੜ੍ਹੀ ਡਰੋਪ ਹੋਈ ਸੀ। ਸੋ ਜੇਕਰ ਤੁਹਾਡਾ ਬਲੱਡ ਗਰੁੱਪ ਇਹ ਆ ਤਾਂ ਫਿਰ ਤੁਸੀਂ ਜ਼ਰੂਰ ਹਾਜ਼ਰੀ ਲਾਓ। ਫਿਰ ਤਾਂ ਜ਼ਰੂਰ ਹੀ ਹਾਜ਼ਰੀ ਲਾਓ, ਉਂਝ ਵੀ ਹਾਜ਼ਰੀ ਲਾਓ ਜੇਕਰ ਤੁਸੀਂ ਦੂਸਰੇ ਬਲੱਡ ਗਰੁੱਪ ਦੇ ਹੋ, ਤਾਂ ਕਿ ਅਸੀਂ ਇਸ ਵੱਡੇ ਕਾਰਜ ਦੇ ਵਿੱਚ ਆਪਣਾ ਹਿੱਸਾ ਪਾ ਸਕੀਏ। ਕੋਈ ਹੋਰ ਇਨਪੁਟ ਦੇਣੀ ਚਾਹੁੰਦੇ ਹੋ ਜੀ? ਨਹੀਂ ਫਿਰ ਆਪਾਂ ਸਮਾਪਤੀ ਵੱਲ ਵੱਧਦੇ ਜੀ। ਮੈਂ ਬਸ ਉਹੀ ਐਡ ਕਰਨਾ ਚਾਹੁੰਦਾ ਕਿ ਉਸ ਵੇਲੇ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਵੀਰ ਭੈਣਾਂ ਦੇ ਵਿੱਚ ਦੇਖਿਆ ਜੀ ਉਸ ਵੇਲੇ, ਹੈ ਨਾ, ਸ਼ੁਰੂਆਤ ਦੇ ਵਿੱਚ, ਤੇ ਪਲੱਸ ਉਸ ਤੋਂ ਬਾਅਦ ਵੀ ਕਾਫੀ ਸਾਲ ਜਦੋਂ ਗਰੁੱਪਸ ਦੇ ਵਿੱਚ ਜਾਂਦੇ ਰਹੇ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਫੀ ਇੱਕ ਜਿਹੜਾ ਮਾਹੌਲ ਸੀ, ਸਵੇਰੇ ਹੀ ਆ ਕੇ ਸਾਰਿਆਂ ਨੇ ਇੱਕ ਤੋਂ ਵੱਧ ਚੜ ਕੇ ਵੀ ਅਸੀਂ ਪਹਿਲਾਂ ਡੋਨੇਟ ਕਰਨਾ, ਅਸੀਂ ਪਹਿਲਾਂ ਡੋਨੇਟ ਕਰਨਾ। ਇਹ ਕਾਫੀ ਇੱਕ ਕਹਿ ਲਓ ਵੀ ਕਮਿਊਨਿਟੀ ਸਪਿਰਿਟ ਜਾਂ ਜਿਹੜੀ ਸਿੱਖੀ ਸਿਧਾਂਤ ਦੀ ਜਿਹੜੀ ਬੜੀ ਵੱਡੀ ਇੱਕ ਕਹਿ ਲਓ ਵੀ ਇਹ ਸਪਿਰਿਟ ਆ ਕਿ ਜਿਹੜੇ ਸਾਡੇ ਵੀਰ ਭੈਣਾਂ ਆ ਉਹ ਵੱਧ ਚੜ ਕੇ ਹਰੇਕ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ। ਤੇ ਇਹ ਕਹਿ ਲਓ ਵੀ ਇੱਕ ਬੜੀ ਵੱਡੀ ਮੋਟੀਵੇਸ਼ਨ ਆ ਜਿਹੜੀ ਕਿ ਤੁਸੀਂ ਇੰਡੀਵਿਜੂਅਲ ਲੈਵਲ ਤੇ ਹੋਵੋ ਭਾਵੇਂ ਗਰੁੱਪ ਲੈਵਲ ਤੇ ਹੋਵੋ, ਪਰ ਗੁਰੂ ਸਾਹਿਬ ਨੂੰ ਯਾਦ ਰੱਖ ਕੇ ਤੇ ਇਹ ਜਿਹੜੀ ਡੋਨੇਸ਼ਨ ਆ ਤੁਸੀਂ ਜਿਹੜੀ ਜ਼ਰੂਰ ਕਰੋ। ਅੱਗੇ ਵੱਧ ਕੇ ਤੇ ਟਰਾਈ ਕਰਾਂਗੇ ਕਿ ਇੱਥੇ ਵੀ ਗਰੁੱਪਸ ਦੇ ਵਿੱਚ ਜਿਹੜਾ ਗਰੁੱਪ ਆ ਹੋਰ ਵੱਡਾ ਕਰਕੇ ਅਸੀਂ ਲੈ ਕੇ ਜਾਈਏ। ਥੋੜ੍ਹੀਆਂ ਰਿਸਟ੍ਰਿਕਸ਼ਨਸ ਪਿੱਛੇ ਜਿਹੇ ਦੇਖਣ ਨੂੰ ਮਿਲੀਆਂ ਸੀ ਰੈੱਡ ਕਰਾਸ ਵੱਲੋਂ, ਉਹਨਾਂ ਦੇ ਸਟਾਫ ਕਰਕੇ, ਜਾਂ ਅੰਦਰ ਜਿਹੜੀ ਜ਼ਿਆਦਾ ਲੋਕ ਨਹੀਂ ਬੈਠਣ ਦਿੰਦੇ ਜਾਂ ਇੱਦਾਂ ਦੀਆਂ। ਤੇ ਪਰ ਜਦੋਂ ਹੁਣ ਚਲੋ ਸਿਚੁਏਸ਼ਨ ਠੀਕ ਹੁੰਦੀ ਆ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਵੱਡੇ ਲੈਵਲ ਤੇ ਜਿਹੜਾ ਇਹ ਡੋਨੇਸ਼ਨ ਜਾਵੇ ਤੇ ਵੱਧ ਚੜ ਕੇ ਜਿਹੜੇ ਸਾਡੇ ਵੀਰ ਭੈਣਾਂ ਆ ਉਹ ਜਿਹੜੀ ਬਲੱਡ ਡੋਨੇਸ਼ਨ ਕਰਨ। ਇੱਕ ਵਾਰੀ ਮੈਕਸੀਮਮ ਤਾਂ ਤਕਰੀਬਨ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ 126 ਤੱਕ ਗੱਲ ਚਲੀ ਗਈ ਸੀ ਨਾ ਇੱਕ ਦਿਨ ਦੇ ਵਿੱਚ। ਜੀ ਬਿਲਕੁਲ, 2010 ਦੇ ਵਿੱਚ 120 ਦੀ ਜਿਹੜੀ ਲਿਮਿਟ ਸੀ ਜੀ। ਸਾਊਥ ਬੈਂਕ ਜਿਹੜਾ ਡੋਨੇਸ਼ਨ ਸੈਂਟਰ ਸੀਗਾ ਉਹ ਕਹਿ ਲਓ ਵਿਕਟੋਰੀਆ ਦਾ ਸਭ ਤੋਂ ਵੱਡਾ ਡੋਨੇਸ਼ਨ ਸੈਂਟਰ ਸੀਗਾ, ਸਿਟੀ ਵਾਲਾ ਜਿਹੜਾ ਸੀ। ਤੇ ਉੱਥੇ ਸਾਡੀਆਂ ਕਹਿ ਲਓ ਵੀ 120 ਜਣਿਆਂ ਦੀ ਬੁਕਿੰਗ ਸੀ ਤੇ ਉਹਨਾਂ ਨੇ ਸਟਾਫ ਵੀ ਉਨਾ ਹੀ ਰੱਖਿਆ ਹੁੰਦਾ। ਤੇ ਕਹਿ ਲਓ ਵੀ ਇੱਕ ਘੰਟੇ ਦੇ ਵਿੱਚ ਆਈ ਥਿੰਕ ਉਹਨਾਂ ਨੇ ਰੱਖਿਆ ਸੀ ਬਈ ਅਸੀਂ 12 ਡੋਨੇਸ਼ਨਸ ਹੀ ਲੈ ਸਕਦੇ ਹਾਂ। ਪਰ ਉਸ ਵੇਲੇ 126 ਡੋਨੇਸ਼ਨਸ ਹੋਈਆਂ ਸੀਗੀਆਂ ਜਿਹੜੀਆਂ ਅਖਬਾਰਾਂ ਦੇ ਵਿੱਚ ਵੀ ਉਸ ਵੇਲੇ ਮੈਂਸ਼ਨ ਹੋਇਆ ਸੀ, ਅੰਗਰੇਜ਼ੀ ਅਖਬਾਰਾਂ ਦੇ ਵਿੱਚ। ਤੇ ਉਹ ਵੀ ਬੜੀ ਵੱਡੀ ਪ੍ਰਾਪਤੀ ਸੀਗੀ ਜੀ। ਹੁਣ ਮੈਨੂੰ ਪਤਾ ਨਹੀਂ ਵੀ ਉਸ ਤੋਂ ਬਾਅਦ ਕਦੀ ਕਿਸੇ ਗਰੁੱਪ ਨੇ ਉਹ ਰਿਕਾਰਡ ਤੋੜਿਆ ਜਾਂ ਨਹੀਂ ਜੀ, ਬਟ ਕਾਫੀ ਜਿਹੜਾ ਉਤਸ਼ਾਹ ਸੀਗਾ ਜੀ ਉਹ ਬਹੁਤ ਜ਼ਿਆਦਾ ਜਿਹੜਾ ਸਾਡੇ ਵੀਰਾਂ ਭੈਣਾਂ ਦੇ ਵਿੱਚ ਜਿਹੜਾ ਸੀ, ਜਿਹੜੇ ਅਜੇ ਵੀ ਡੋਨੇਟ ਜਿਹੜੇ ਆਪ ਜਾ ਕੇ ਕਰਦੇ ਨੇ ਜੀ। ਦਲਵਿੰਦਰ ਸਿੰਘ ਜੀ, ਅਖੀਰ ਤੇ ਕੋਈ ਹੋਰ ਸਾਂਝ ਪਾਉਣੀ ਚਾਹੁੰਦਾ? ਹਾਂਜੀ, ਇੱਕ ਤਾਂ ਮੈਂ ਜਿਹੜੇ ਵਲੰਟੀਅਰਸ ਜੁੜੇ ਹੋਏ ਨੇ ਸਾਰਿਆਂ ਦਾ ਜੋ ਡੋਨੇਟ ਕਰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਆਪਾਂ ਕਿਸੇ ਵੀ ਸੰਸਥਾ ਵੱਲੋਂ ਕਰ ਰਹੇ ਨੇ, ਕਿਉਂਕਿ ਇੱਕ ਦੂਸਰੀ ਮੇਨ ਗੱਲ ਹੈ ਕਿ ਕੰਟੀਨਿਊਟੀ ਜ਼ਰੂਰੀ ਆ। ਜਿੱਦਾਂ ਆਪਾਂ ਪਿਛਲੇ 10 ਸਾਲ ਜਾਂ 11 ਸਾਲ ਤੋਂ ਸੇਵਾ ਚੱਲ ਰਹੀ ਆ ਤੇ ਖਾਲਸਾ ਨੇ ਇਸ ਸਾਲ ਦੇ ਵਿੱਚ ਸ਼ੁਰੂ ਕੀਤਾ ਹੈ ਪ੍ਰੋਜੈਕਟ।
ਸੋ ਸਾਰਿਆਂ ਨੂੰ ਇਹੀ ਬੇਨਤੀ ਹੋਊਗੀ, ਭਾਵੇਂ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ, ਜੇ ਤੁਹਾਡੇ ਨੇੜੇ ਕੋਈ ਡੋਨਰ ਸੈਂਟਰ ਹੈਗਾ ਤਾਂ ਜ਼ਰੂਰ ਤੁਸੀਂ ਸੰਪਰਕ ਕਰੋ, ਤੇ ਵੈਬਸਾਈਟ ਤੇ ਇਨਫੋਰਮੇਸ਼ਨ ਮਿਲ ਜਾਂਦੀ ਆ। ਬਾਕੀ ਉਸ ਤੋਂ ਇਲਾਵਾ ਉਹਨਾਂ ਦੇ ਨੰਬਰਸ ਵੀ ਹੈਗੇ ਨੇ ਲਾਈਫ ਬਲੱਡ ਦੇ, ਜਾਂ ਫਿਰ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ, ਉੱਥੇ ਵੀ ਥੋੜੀ ਬਹੁਤ ਇਨਫੋਰਮੇਸ਼ਨ ਦੇ ਸਕਦੇ। ਹੁਣ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਉਹਨਾਂ ਦੇ ਜਿਹੜੇ ਫਾਰਮਸ ਨੇ ਹੁਣ ਲਾਈਫ ਬਲੱਡ ਏਯੂ ਦੇ, ਉਹ ਪੰਜਾਬੀ ਦੇ ਵਿੱਚ ਮਿਲ ਜਾਂਦੇ ਨੇ ਤੁਹਾਨੂੰ। ਜੇ ਅੰਗਰੇਜ਼ੀ ਵਿੱਚ ਫਾਰਮ ਭਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ, ਉਹ ਪੰਜਾਬੀ 'ਚ ਵੀ ਅਵੇਲੇਬਲ ਹੈਗੇ ਨੇ। ਤੇ ਦੂਸਰੀ ਗੱਲ ਕੀ ਹੈ, ਜਦੋਂ ਆਪਾਂ ਡੋਨੇਟ ਕਰਦੇ ਹਾਂ ਜੀ ਨਾ, ਇੱਕ ਮੇਨ ਸਟ੍ਰੀਮ ਭਾਈਚਾਰੇ ਵਿੱਚ ਬਹੁਤ ਸਤਿਕਾਰਤ ਗੱਲ ਬਣ ਜਾਂਦੀ, ਸਥਿਤੀ ਬਣ ਜਾਂਦੀ ਹੈ। ਜੇ ਤੁਸੀਂ ਕਿਸੇ ਨੂੰ ਦੱਸੋ ਕਿ ਮੈਂ ਅੱਜ ਬਲੱਡ ਡੋਨੇਟ ਕਰਕੇ ਆਇਆ, ਉਹ ਤੁਹਾਡੇ ਵੱਲ ਪਿਆਰ ਨਾਲ ਦੇਖੋ ਕਿ ਹਾਂ ਯਾਰ ਤੂੰ ਵਧੀਆ ਕੰਮ ਕਰ ਰਿਹਾ। ਇਟ ਮੀਨਸ ਜੇ ਆਪਾਂ ਇੱਥੇ ਇਸ ਧਰਤੀ ਤੇ ਰਹਿ ਰਹੇ ਹਾਂ 10 ਸਾਲ ਤੋਂ 15 ਸਾਲ ਤੋਂ ਜਦੋਂ ਤੋਂ ਵੀ, ਤਾਂ ਆਪਾਂ ਆਪਣੀ ਇਕੱਲੇ ਸਿਰਫ ਆਪਣੇ ਭਾਈਚਾਰੇ ਨੇ ਪੂਰੀ ਜਿਵੇਂ ਕਹਿ ਸਕਦੇ ਕਿ ਏਕਤਾ ਦੇ ਹਿਸਾਬ ਨਾਲ ਦੇਖੀਏ, ਇਨਸਾਨੀ ਦੇ ਤੌਰ ਤੇ ਆਪਾਂ ਵੀ ਉਹਨਾਂ ਨੂੰ, ਉਹਨਾਂ ਲਈ ਵੀ ਆਪਣਾ ਖੂਨ ਹੈਗਾ। ਹੋ ਸਕਦਾ ਕਿ ਆਪਣਾ ਕੋਈ ਗੁਆਂਢੀ ਹੋਵੇ ਜਾਂ ਕਿਸੇ ਹੋਰ ਭਾਈਚਾਰੇ ਤੋਂ ਹੋਵੇ, ਉਹਨੂੰ ਖੂਨ ਦੀ ਲੋੜ ਆ, ਹੋ ਸਕਦਾ ਕਿ ਆਪਣਾ ਹੀ ਉਹਨੂੰ ਚਾਹੀਦਾ ਹੋਵੇ। ਸੋ ਇਸ ਕਰਕੇ ਮੇਰੇ ਵੱਲੋਂ ਤਾਂ ਇਹ ਇੱਕ ਬੇਨਤੀ ਵੀ ਹੈਗੀ ਆ, ਜੇ ਤੁਸੀਂ ਕਦੇ ਨਹੀਂ ਕੀਤਾ, ਸੋਚ ਰਹੇ ਹੋ ਤਾਂ ਜ਼ਰੂਰ ਕਰੋ। ਜੇ ਤੁਸੀਂ ਆਲਰੇਡੀ ਕਰ ਰਹੇ ਹੋ, ਭਾਵੇਂ ਤੁਸੀਂ ਪੰਜਾਬ 'ਚ ਕੀਤਾ, ਤਾਂ ਇੱਕ ਵਾਰੀ ਫੇਰ ਜੁੜੋ, ਤੇ ਤੁਸੀਂ ਬਹੁਤ ਵੱਡਾ ਪਰਉਪਕਾਰ ਕਰ ਰਹੇ ਹੋ ਇਨਸਾਨੀ ਦੇ ਤੌਰ ਤੇ। ਸੇਵਾ ਬਹੁਤ ਵੱਡੀ ਭਾਵਨਾ ਜੀ, ਤੇ ਪ੍ਰਮਾਤਮਾ ਆਪ ਹੀ ਲੈਂਦੇ ਨੇ। ਸੋ ਜ਼ਰੂਰ ਜੁੜੇ ਰਹੋ। ਜੀ ਤੁਹਾਡੇ ਦੋਨਾਂ ਹੀ ਮਹਿਮਾਨਾਂ ਦਾ ਬਹੁਤ-ਬਹੁਤ। ਹਾਂਜੀ ਹਰਕੀਤ ਸਿੰਘ, ਤੁਸੀਂ ਕਹਿ। ਮੈਂ ਤਕਰੀਬਨ ਐਡ ਕਰਨਾ ਚਾਹੁੰਦਾ ਸੀ ਕਿ ਕਈ ਡਿਪਾਰਟਮੈਂਟਸ ਦੇ ਵਿੱਚ 4 ਤੋਂ 6 ਘੰਟੇ ਦੀ ਪੇਡ ਲੀਵ ਵੀ ਅਵੇਲੇਬਲ ਹੈ ਜੀ। ਜੇ ਤੁਸੀਂ ਕਹਿ ਲਓ ਕਿ ਕਿਸੇ ਸਰਕਾਰੀ ਜਾਂ ਪਬਲਿਕ ਪ੍ਰਾਈਵੇਟ ਸੈਕਟਰ ਦੇ ਵਿੱਚ, ਡਿਪੈਂਡਿੰਗ ਔਨ ਤੁਹਾਡੀ ਯੂਨੀਅਨ ਤੇ ਉਹਦੇ ਵੀ ਕਈ ਜਿਹੜੇ ਡਿਪਾਰਟਮੈਂਟਸ ਹੈ ਜੀ, ਉਹਨਾਂ ਦੇ ਵਿੱਚ ਜਿਹੜੀ 6 ਘੰਟੇ ਤੱਕ ਦੀ ਲੀਵ ਅਵੇਲੇਬਲ ਆ ਬਲੱਡ ਡੋਨੇਸ਼ਨ ਦੇ ਲਈ, ਜੇ ਕੋਈ ਇਹਦਾ ਵੀ ਆਪਣਾ ਰਿਸਰਚ ਕਰਕੇ ਦੇਖ ਲੈਣ। ਜੀ ਬਹੁਤ ਸੋਹਣੀ ਗੱਲ। ਸੋ ਤੁਹਾਡਾ ਦੋਨਾਂ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਹਰਕੀਰਤ ਸਿੰਘ ਜੀ, ਦਲਵਿੰਦਰ ਸਿੰਘ ਜੀ ਖਾਲਸਾ ਏਡ ਤੋਂ, ਹਰਕੀਰਤ ਸਿੰਘ ਮੋਢੀਆਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਡਰਾਈਵ ਚਲਾਈ, ਸਿੱਖ ਬਲੱਡ ਡੋਨੇਸ਼ਨ ਡਰਾਈਵ। ਭਵਿੱਖ ਦੇ ਵਿੱਚ ਫਿਰ ਸਬੱਬ ਬਣਿਆ, ਫਿਰ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ। ਅੱਜ ਦੀ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਸੋ ਦਰਸ਼ਕੋ, ਦਿਓ ਜੀ ਇੱਥੇ ਆ ਗਿਆ। ਅਖੀਰ ਦੇ ਉੱਤੇ ਫਿਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਮੇਂ 'ਚੋਂ ਸਮਾਂ ਕੱਢ ਕੇ ਆਪਣੇ ਬਲੱਡ ਡੋਨੇਟ ਜ਼ਰੂਰ ਕਰੋ ਜੀ, ਆਪਣੇ ਨੇੜੇ ਦੇ ਸੈਂਟਰ ਦੇ ਵਿੱਚ। ਇਸ ਗੱਲਬਾਤ ਦੇ ਲਿੰਕ ਦੇ ਕਮੈਂਟ ਬਾਕਸ ਦੇ ਵਿੱਚ ਫੇਸਬੁੱਕ ਅਤੇ ਯੂਟਿਊਬ ਦੇ ਅਸੀਂ ਤੁਹਾਡੇ ਨਾਲ ਲਿੰਕ ਵੀ ਸਾਂਝਾ ਕਰ ਦੇਵਾਂਗੇ, ਜਿੱਥੇ ਤੁਸੀਂ ਰਜਿਸਟਰਡ ਕਰਾ ਸਕਦੇ ਹੋ। ਆਪਣੇ ਨੇੜੇ ਦਾ ਸੈਂਟਰ ਚੈੱਕ ਕਰ ਲਿਓ, ਜਾਂ ਬਲੱਡ ਡੋਨੇਸ਼ਨ ਆਸਟ੍ਰੇਲੀਆ ਸਿੱਧਾ ਗੂਗਲ ਸਰਚ ਕਰ ਲਿਓ, ਤੁਹਾਨੂੰ ਉੱਥੇ ਵੀ ਲੱਭ ਜੂਗਾ। ਦਿਓ ਜੀ ਆ ਗਿਆ। ਸਾਥ ਚੱਲਦੇ ਭਲੇ ਨਗਰੀ ਬਸਤੀ ਭਲੀ ਸਿੰਘ, ਅੱਜ ਦੇ ਭਲੇ ਕੱਜ ਕੇ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।